अपने जन का पर्दा ढाकै। इत्थे का ते विसराम लावांगे। अपने जन का पर्दा ढाकै। प्रभु अपने सेवक दा पर्दा ढकदा है। ਹੁਣ ਪਰਦਾ ਢੱਕਣ ਦਾ ਭਾਵ ਕਿ ਸਾਡੇ ਜੋ ਵਿਕਾਰ ਨੇ ਉਹ ਢੱਕੇ ਰਹਿੰਦੇ ਨੇ, ਭਾਵ ਕਿ ਉਹ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਹਾਂ। ਜਿਵੇਂ ਅਸੀਂ ਹੁਣ ਤੱਕ ਮੰਨ ਲਓ ਕੁਝ ਗਲਤੀਆਂ ਕੀਤੀਆਂ ਨੇ ਜਾਣੇ ਅਣਜਾਣੇ ਵਿੱਚ, ਤਾਂ ਜੇ ਅਸੀਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਈਏ ਤੇ ਪ੍ਰਭੂ ਵੱਲੋਂ ਸਾਨੂੰ ਜੀਵਨ ਦੀ ਜੁਗਤ ਮਿਲੇਗੀ ਗੁਰੂ ਪਾਸੋਂ, ਤੇ ਸਾਡੇ ਸਾਰੇ ਪਰਦੇ ਢੱਕੇ ਜਾਣਗੇ, ਭਾਵ ਉਹ ਵਿਕਾਰ ਖਤਮ ਹੋ ਜਾਣਗੇ। ਤੇ ਜਿਹੜਾ ਪਰਦਾ ਢੱਕਣ ਵਾਸਤੇ ਜੋ ਸਾਧਨ ਹੈ ਉਹ ਕੀ ਹੈ? ਗੁਰੂ ਜੀ ਦਾ ਪਾਵਨ ਬਚਨ ਹੈ, ਪ੍ਰੇਮ ਪਟੋਲਾ ਤੈਂ ਸ਼ਹੁ ਦਿੱਤਾ, ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈ ਮਹਿੰਦਾ, ਨਾਨਕ ਸਾਰ ਨਾ ਜਾਣਾ ਤੇਰੀ। ਜੋ ਪੱਤ ਢੱਕਣ ਵਾਸਤੇ ਕੱਪੜਾ ਹੈ ਨਾ, ਉਹ ਹੈ ਪ੍ਰੇਮ ਦਾ ਕੱਪੜਾ। ਤਾਂ ਜਿਸ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਏ, ਫਿਰ ਉਹਦੇ ਪਰਦੇ ਢੱਕੇ ਜਾਂਦੇ ਨੇ, ਪੱਤ ਢੱਕੀ ਜਾਂਦੀ ਹੈ, ਭਾਵ ਉਹਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਆਪਣੇ ਜਨ ਕਾ ਪਰਦਾ ਢਾਕੈ ਦਾ ਜੋ ਹੋਏਗਾ ਭਾਵ ਅਰਥ, ਉਹ ਇਹ ਹੋਏਗਾ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਆਪਣੇ ਸੇਵਕ ਕੀ ਸਰ ਪਰ ਰੱਖ ਹੈ। ਆਪਣੇ ਸੇਵਕਾਂ ਦੀ ਸਰ ਪਰ ਦਾ ਮਤਲਬ ਜ਼ਰੂਰ, ਆਪਣੇ ਸੇਵਕ ਕੀ, ਇੱਥੇ ਵਿਸਰਾਮ ਲਾਵਾਂਗੇ, ਸਰ ਪਰ ਰੱਖ ਹੈ। ਸਰ ਪਰ ਦਾ ਮਤਲਬ ਜ਼ਰੂਰ, ਪੱਕੇ ਤੌਰ ਤੇ ਆਪਣੇ ਪਿਆਰਿਆਂ ਦੀ ਲਾਜ ਜ਼ਰੂਰ ਹੀ ਉਹ ਰੱਖਦਾ ਹੈ, ਭਾਵ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦਾ ਪਿਆਰ ਹੁੰਦਾ ਹੈ, ਜੋ ਪ੍ਰਭੂ ਪਿਆਰ ਵਿੱਚ ਜੀਵਨ ਗੁਜ਼ਾਰਦੇ ਨੇ, ਉਹਨਾਂ ਨੂੰ ਨਮੋਸ਼ੀ ਦਾ ਮੂੰਹ ਕਦੇ ਵੀ ਨਹੀਂ ਵੇਖਣਾ ਪੈਂਦਾ। ਉਹਨਾਂ ਦੀ ਲਾਜ ਪੱਤ ਰਹਿੰਦੀ ਹੈ, ਉਹਨਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ, ਕਿਉਂਕਿ ਉਹਨਾਂ ਨੇ ਕੋਈ ਐਸਾ ਕਰਮ ਹੀ ਨਹੀਂ ਕਰਨਾ ਹੁੰਦਾ ਜਿਸ ਕਰਕੇ ਬੰਦੇ ਦੀ ਬੇਪੱਤੀ ਹੁੰਦੀ ਹੈ। ਆਪਣੇ ਦਾਸ ਕੋ, ਇੱਥੇ ਵਿਸ਼ਰਾਮ ਲਾਵਾਂਗੇ, ਦੇ ਵਡਾਈ। ਆਪਣੇ ਦਾਸ ਕੋ ਦੇ ਵਡਾਈ। ਵਡਾਈ ਦਾ ਮਤਲਬ ਮਾਣ, ਵਡਿਆਈ। ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖਸ਼ਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਇਹ ਨਹੀਂ ਹੈ ਕਿ ਪ੍ਰਭੂ ਹੁਣ ਦੂਜਿਆਂ ਦੇ ਨਾਲ ਵਿਤਕਰਾ ਕਰਦਾ ਹੈ। ਦਰਅਸਲ ਮਾਣ ਮਿਲਦਾ ਹੀ ਉਹਨੂੰ ਹੈ ਜੋ ਚੰਗੇ ਕਰਮ ਕਰੇਗਾ, ਕਿਉਂਕਿ ਮਾਣ ਆਦਰ ਉਸੇ ਨੂੰ ਮਿਲੇਗਾ ਨਾ ਜਿਸ ਦੇ ਅੰਦਰ ਇਨਸਾਨੀਅਤ ਹੋਏਗੀ, ਜਿਹਦਾ ਜੀਵਨ ਦਾ ਆਚਰਨ ਔਰ ਆਦਰਸ਼ ਬੜਾ ਉੱਚਾ ਹੋਏਗਾ, ਜਿਹੜਾ ਦੂਜਿਆਂ ਦਾ ਸਹਿਯੋਗ ਕਰਦਾ ਹੋਏਗਾ, ਜਿਸ ਦੀ ਬੋਲ ਬਾਣੀ, ਜਿਸ ਦਾ ਵਿਹਾਰ, ਜਿਸ ਦੀ ਸੋਚ ਚੰਗੀ ਹੋਏਗੀ, ਮਾਣ ਉਸੇ ਨੂੰ ਮਿਲੇਗਾ ਨਾ। ਇਹ ਰੱਬੀ ਰਜ਼ਾ ਦੇ ਵਿੱਚ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪਣੇ ਦਾਸਾਂ ਨੂੰ ਵਡਿਆਈ ਬਖਸ਼ਦਾ ਹੈ, ਭਾਵ ਕਿ ਜੋ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜ਼ਿੰਦਗੀ ਜੀਂਦੇ ਹਨ, ਉਹਨਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਆਪਣੇ ਸੇਵਕ ਕੋ ਨਾਮ ਜਪਾਈ। ਜਪਾਈ ਦਾ ਮਤਲਬ ਜਪਾਉਂਦਾ ਹੈ, ਜਣਾਉਂਦਾ ਹੈ, ਗਿਆਨ ਬਖਸ਼ਦਾ ਹੈ, ਸੂਝ ਬਖਸ਼ਦਾ ਹੈ। ਨਾਮ ਦਾ ਮਤਲਬ ਹੁਕਮ। ਜੋ ਪ੍ਰਭੂ ਹੈ ਉਹ ਆਪਣੇ ਸੇਵਕ ਨੂੰ ਨਾਮ ਦੀ ਸੂਝ ਬਖਸ਼ਦਾ ਹੈ। ਨਾਮ ਦੀ ਸੂਝ, ਨਾਮ ਦਾ ਗਿਆਨ, ਯਾਨੀ ਜੋ ਹੁਕਮ ਹੈ ਉਹਦੀ ਸੂਝ ਉਹਨੂੰ ਪ੍ਰਭੂ ਦੇ ਸੇਵਕ ਨੂੰ ਹੈ। ਔਰ ਜੋ ਪ੍ਰਭੂ ਦਾ ਸੇਵਕ ਹੈ, ਰੱਬ ਦੇ ਹੁਕਮ ਰਜ਼ਾ ਦੇ ਵਿੱਚ ਜ਼ਿੰਦਗੀ ਜੀਂਦਾ ਹੈ, ਉਹਨੂੰ ਸੂਝ ਹੈ ਨਾਮ ਦੀ। ਨਾਮ ਦਾ ਮਤਲਬ ਰੱਬ ਦਾ ਜੋ ਹੁਕਮ ਹੈ, ਰੱਬ ਦਾ ਜੋ ਸਿਸਟਮ ਹੈ, ਇਹਦੇ ਬਾਰੇ ਉਹਨੂੰ ਗਿਆਨ ਹੈ, ਇਸ ਬਾਰੇ ਉਹ ਜਾਣਕਾਰੀ ਰੱਖਦਾ ਹੈ, ਤੇ ਰੱਬੀ ਰਜ਼ਾ ਦੇ ਅੰਦਰ ਉਹ ਤੁਰਦਾ ਹੈ ਜੋ ਪ੍ਰਭੂ ਦਾ ਸੇਵਕ ਹੈ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ। ਜਿਹੜਾ ਹੁਕਮ ਰਜ਼ਾ ਦੇ ਅੰਦਰ ਚੱਲਦਾ ਹੈ ਉਹ ਖਜ਼ਾਨੇ ਦੇ ਵਿੱਚ ਪੈ ਜਾਂਦਾ ਹੈ। ਤੇ ਗੁਰੂ ਜੀ ਨੇ ਬਚਨ ਵੀ ਕੀਤਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਨਾਲ ਬਚਨ ਕਰਦੇ ਨੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੇ ਜਪਾਈ ਦਾ ਮਤਲਬ ਹੈਗਾ ਸੂਝ ਸਮਝ, ਜੀਵਨ ਜੀਣ ਦਾ ਢੰਗ। ਤਾਂ ਜਿਹੜਾ ਪ੍ਰਭੂ ਹੈ ਆਪਣੇ ਸੇਵਕ ਨੂੰ ਨਾਮ ਦੀ ਸੂਝ ਬਖਸ਼ਦਾ ਹੈ, ਹੁਕਮ ਦੀ ਸੂਝ ਬਖਸ਼ਦਾ ਹੈ। ਆਪਣੇ ਸੇਵਕ ਕੀ ਆਪ ਪਤ ਰੱਖ ਹੈ। ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ। ਕਿਵੇਂ ਰੱਖਦਾ ਹੈ? ਕਿਉਂਕਿ ਜਦੋਂ ਕੋਈ ਅਸੀਂ ਮਾੜਾ ਕਰਮ ਕਰਨ ਲੱਗਦੇ ਹਾਂ ਤੇ ਮਾੜਾ ਕਰਮ ਕਰਨ ਦੇ ਨਾਲ ਸਾਡੀ ਬੇਇੱਜ਼ਤੀ ਹੋਣੀ ਹੈ। ਸਪੋਜ਼ ਹੁਣ ਮੈਂ ਆਪਣੀ ਗੱਲ ਕਰਾਂ, ਮੰਨ ਲਓ ਮੈਂ ਇੱਥੋਂ ਕੋਈ ਚੋਰੀ ਕਰਦਾ
ਔਰ ਚੋਰੀ ਕਰਾਂਗਾ, ਚੋਰੀ ਕਰਦਾ ਫੜਿਆ ਜਾਵਾਂਗਾ ਤਾਂ ਮੇਰੀ ਬੇਇੱਜ਼ਤੀ ਹੋਏਗੀ। ਜੇ ਮੈਂ ਤੁਹਾਡੀ ਕਿਸੇ ਦੀ ਚੁਗਲੀ ਨਿੰਦਾ ਕਰਦਾ, ਬਦਖੋਈ ਕਰਦਾ ਹਾਂ, ਜਦੋਂ ਤੁਹਾਨੂੰ ਪਤਾ ਲੱਗੇਗਾ ਤਾਂ ਮੇਰੀ ਬੇਪੱਤੀ ਹੋਏਗੀ, ਬੇਇੱਜ਼ਤੀ ਹੋਏਗੀ ਨਾ ਮਾੜਾ ਕਰਮ ਕਰਨ ਦੇ ਨਾਲ। ਤੇ ਪ੍ਰਭੂ ਆਪਣੇ ਸੇਵਕ ਦੀ ਪੱਤ ਰੱਖਦਾ ਹੈ, ਕਿਉਂਕਿ ਪ੍ਰਭੂ ਆਪਣੇ ਸੇਵਕ ਨੂੰ ਕੋਈ ਮਾੜਾ ਕਰਮ ਕਰਨ ਹੀ ਨਹੀਂ ਦਿੰਦਾ। ਜਦੋਂ ਮੈਂ ਚੋਰੀ ਕਰਨ ਦੀ ਵਿਚਾਰ ਪੈਦਾ ਹੋਏਗੀ ਨਾ, ਰੱਬ ਉਦੋਂ ਹੀ ਮੇਰੀ ਲਾਜ ਰੱਖ ਲਏਗਾ, ਅੰਦਰੋਂ ਆਵਾਜ਼ ਆ ਜਾਏਗੀ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਮੈਂ ਫਿੱਕਾ ਬੋਲਣ ਲੱਗਾਂਗਾ ਨਾ, ਰੱਬ ਮੇਰੀ ਉਦੋਂ ਹੀ ਲਾਜ ਰੱਖੇਗਾ, ਨਾਲ ਹੀ ਅੰਦਰੋਂ ਆਵਾਜ਼ ਆ ਜਾਏਗੀ, ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਲੜਾਈ ਦੰਗਾ ਫਸਾਦ ਕਰਕੇ ਬੇਪੱਤੀ ਹੋਣੀ ਹੈ ਨਾ, ਤੇ ਜਦੋਂ ਮੈਂ ਕੋਈ ਲੜਾਈ ਦੰਗਾ ਕਰਨ ਲੱਗਾਂਗਾ, ਅੰਦਰੋਂ ਆਵਾਜ਼ ਆ ਜਾਏਗੀ, ਬਾਦ ਵਿਵਾਦ ਕਾਹੂ ਸੁਨਾ ਕੀਜੈ, ਮੂਰਖ ਹੈ ਨਾਲ ਨਾ ਲੁੱਜੀਐ। ਤਾਂ ਰੱਬ ਆਪਣੇ ਸੇਵਕ ਨੂੰ ਹੁਕਮ ਦੇ ਅੰਦਰ ਜੀਣ ਦਾ ਢੰਗ ਦਿੰਦਾ ਹੈ, ਬਲ ਬਖਸ਼ਦਾ ਹੈ, ਗੁਣਾਂ ਦੀ ਦਾਤ ਦਿੰਦਾ ਹੈ, ਤੇ ਉਹਦੀ ਪੱਤ ਰੱਖਦਾ ਹੈ ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ। ਆਕੀ ਗਤਮਿਤ ਕੋਈ ਨਾ ਲਾਖੈ। ਗਤ ਦਾ ਮਤਲਬ ਹਾਲਤ, ਅਵਸਥਾ। ਮਿਤ ਦਾ ਮਤਲਬ ਮਿਣਤੀ, ਅੰਦਾਜ਼ਾ, ਵਡੱਪਨ ਦਾ ਅੰਦਾਜ਼ਾ। ਨਾ ਲਾਖੈ ਦਾ ਮਤਲਬ ਨਹੀਂ ਸਮਝ ਸਕਦਾ। ਜਿਹੜਾ ਰੱਬ ਦਾ ਸੇਵਕ ਹੈ ਨਾ, ਉਹਦੀ ਉੱਚੀ ਸੋਚ ਔਰ ਉਹਦੇ ਵਡੱਪਨ ਦਾ ਅੰਦਾਜ਼ਾ ਆਮ ਬੰਦਾ ਲਗਾ ਨਹੀਂ ਸਕਦਾ ਕਿ ਉਹ ਕਿੰਨਾ ਵੱਡਾ ਹੈ, ਕਿੰਨੀ ਉਹਦੀ ਮਹਾਨ ਸੋਚ ਹੈ। ਜੇ ਅਸੀਂ ਹੁਣ ਵੇਖੀਏ ਆਮ ਬੰਦੇ ਵੱਲ, ਤਾਂ ਆਮ ਜਿਹੜਾ ਬੰਦਾ ਹੈ ਉਹ ਤਾਂ ਸਮਝੇਗਾ ਕਿ ਭਾਈ ਕਨ੍ਹਈਆ ਜੀ ਗਲਤ ਕਰ ਰਹੇ ਨੇ, ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਨੇ, ਉਹ ਸਾਡੇ ਫੌਜੀਆਂ ਨੂੰ ਮਾਰਦੇ ਨੇ ਪਏ, ਤੀਰਾਂ ਨਾਲ ਤਲਵਾਰਾਂ ਨਾਲ ਵਿੰਨ੍ਹਦੇ ਨੇ ਪਏ, ਤੇ ਉਹਨਾਂ ਨੂੰ ਪਾਣੀ ਪਿਆਣਾ ਠੀਕ ਨਹੀਂ ਹੈ। ਆਮ ਬੰਦਾ ਤੇ ਹੀ ਸੋਚੇਗਾ ਨਾ। ਹੁਣ ਭਾਈ ਕਨ੍ਹਈਆ ਜੀ ਦੀ ਜਿਹੜੀ ਉੱਚੀ ਸੋਚ ਹੈ, ਉਹਦੇ ਅੰਦਾਜ਼ੇ ਨੂੰ ਆਮ ਬੰਦਾ ਲਗਾ ਨਹੀਂ ਸਕੇਗਾ। ਭਗਤ ਪੂਰਨ ਸਿੰਘ ਹੈ, ਕਿੱਡੀ ਉੱਚੀ ਸੋਚ ਹੈ। ਆਪ ਨੂੰ ਪਤਾ ਹੈ ਕਿ ਜਦੋਂ ਦੇਸ਼ ਡਿਵਾਈਡ ਹੋਇਆ ਹੈ, ਤੇ ਜਿਵੇਂ ਆਪ ਨੇ ਪੜ੍ਹਿਆ ਸੁਣਿਆ ਹੈ ਕਿ ਭਗਤ ਪੂਰਨ ਸਿੰਘ, ਇੱਕ ਬੱਚਾ ਐਸਾ ਉਹਨਾਂ ਨੂੰ ਰਾਸਤੇ ਵਿੱਚ ਮਿਲਿਆ ਜਿਹੜਾ ਜਿਸ ਦੀਆਂ ਲੱਤਾਂ ਵੀ ਕੰਮ ਨਹੀਂ ਸੀ ਕਰਦੀਆਂ, ਮਲ ਮੂਤਰ ਨਾਲ ਲਿਬੜਿਆ ਪਿਆ ਸੀ, ਜਿਸ ਦੇ ਘਰ ਦੇ ਵੀ ਛੱਡ ਕੇ ਚਲੇ ਗਏ ਸੀ। ਕੋਈ ਪੈਸਾ ਲੈ ਕੇ ਆਇਆ, ਕੋਈ ਆਪਣੇ ਜੀਆਂ ਨੂੰ ਬਚਾ ਕੇ ਲਿਆਇਆ। ਭਗਤ ਪੂਰਨ ਸਿੰਘ ਜੀ ਉਸ ਬੱਚੇ ਨੂੰ ਲੈ ਕੇ ਆਏ, ਉਹਨੂੰ ਸੰਭਾਲਿਆ, ਸਾਰੀ ਜ਼ਿੰਦਗੀ ਸੰਭਾਲਿਆ। ਕਿੰਨੀ ਵੱਡੀ ਸੋਚ ਹੋਏਗੀ ਇਸ ਬੰਦੇ ਦੀ। ਤਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਜਿਹੜੀ ਉੱਚੀ ਅਵਸਥਾ ਹੈ, ਜੋ ਉੱਚੀ ਉਹਨਾਂ ਦੀ ਸੋਚ ਹੈ, ਉਹਨਾਂ ਦੀ ਵਡੱਪਣ ਹੈ, ਉਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਭਾਵ ਕਿ ਉਹ ਮਹਾਨ ਉੱਚੀ ਸੋਚ ਵਾਲੇ ਹੁੰਦੇ ਨੇ, ਮਹਾਨ ਵਡਿਆਈ ਦੇ ਪਾਤਰ ਹੁੰਦੇ ਨੇ। ਰੱਬ ਕੇ ਸੇਵਕ ਕੋ ਨਾ ਪਹੁੰਚੈ, ਇਹਨੂੰ ਪੜਾਂਗੇ ਕਉ, ਤੇ ਦੂਜੇ ਕੱਕੇ ਨਾਲ ਜਿਹੜਾ ਹੋੜਾ ਹੈ ਉਹਨੂੰ ਪੜਾਂਗੇ ਕੋ। ਰੱਬ ਕੇ ਸੇਵਕ ਕੋ ਨਾ ਪਹੁੰਚੈ। ਇੱਥੇ ਜੋ ਪਹੁੰਚੈ ਲਿਖਿਆ ਹੈ, ਇਹਨੂੰ ਪੜਾਂਗੇ ਪਹੁੰਚੈ। ਪਹੁੰਚੇ ਦਾ ਮਤਲਬ ਬਰਾਬਰੀ ਨਹੀਂ ਕਰ ਸਕਦਾ। ਕੋਈ ਮਨੁੱਖ ਰੱਬ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ। ਕੋਈ ਵੀ ਬੰਦਾ ਰੱਬ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ। ਹੁਣ ਜਿਹੜਾ ਬੰਦਾ ਰੱਬੀ ਗੁਣਾਂ ਦਾ ਧਾਰਨੀ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨ ਵਾਲਾ ਹੈ, ਜਿਸ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਵਗੈਰਾ ਗੁਣ ਨੇ, ਜਿਵੇਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਾਂ ਹੋਰ ਹਜ਼ਾਰਾਂ ਗੁਰੂ ਕੇ ਸਿੰਘ ਸਿੰਘਣੀਆਂ, ਜਿਨ੍ਹਾਂ ਨੇ ਹਿਊਮਨ ਰਾਈਟਸ ਵਾਸਤੇ ਸ਼ਹੀਦੀ ਦੇ ਦਿੱਤੀ, ਆਪਣਾ ਆਪਾ ਕੁਰਬਾਨ ਕਰ ਦਿੱਤਾ। ਜਿਵੇਂ ਨੌਜਵਾਨ ਧੀਆਂ, ਭੈਣਾਂ, ਬੀਬੀਆਂ, ਮਾਤਾਵਾਂ, ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਆਪਣੀਆਂ ਝੋਲੀਆਂ 'ਚ ਪਵਾ ਲਏ। ਉਹਨਾਂ ਦੀ ਬਰਾਬਰੀ ਕੋਈ ਤੀਰਥ ਨਹਾਉਣ ਵਾਲੇ ਥੋੜਾ ਕਰ ਸਕਣਗੇ। ਵੀ ਤੀਰਥਾਂ ਤੇ ਨਹਾਉਣ ਦੇ ਨਾਲ ਕੋਈ ਉਹਨਾਂ ਦਾ ਬਰਾਬਰ ਦਾ ਥੋੜਾ ਹੋ ਗਿਆ। ਵਰਤ ਰੱਖਣ ਵਾਲੇ, ਨਰਾਤੇ ਰੱਖਣ ਵਾਲੇ, ਜਪ ਤਪ ਸੰਜਮ ਕਰਨ ਵਾਲੇ, ਗ੍ਰਸਤ ਨੂੰ ਛੱਡ ਕੇ ਜੰਗਲਾਂ ਵਿੱਚ ਵਿਚਰਨ ਵਾਲੇ, ਉਹਨਾਂ ਦੀ ਬਰਾਬਰੀ ਥੋੜਾ ਕਰ ਸਕਦੇ ਨੇ। ਜੋ ਆਪਣਾ ਆਪਾ ਹਿਊਮਨ ਰਾਈਟਸ ਵਾਸਤੇ, ਲੋਕਾਂ ਦੀ ਸੇਵਾ ਵਾਸਤੇ ਵਾਰ ਗਏ, ਆਪਣੇ ਆਪ ਨੂੰ ਆਰੇ ਨਾਲ ਚਰਾ ਲਿਆ, ਆਪਣੇ ਮਾਸੂਮ ਬੱਚਿਆਂ ਦੇ ਟੁਕੜੇ ਕਰਵਾ ਲਏ, ਤੇ ਸਾਡੇ ਬੱਚਿਆਂ ਵਾਸਤੇ ਜੀਵਨ ਦੇ ਗਏ, ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਹੈ? ਆਵਰਤਨ ਰਾਤੇ ਸਰਾਧ ਰੱਖਣ ਵਾਲੇ ਕਰ ਸਕਦੇ ਨੇ? ਕੀ ਇਹ ਉਹਨਾਂ ਦੇ ਬਰਾਬਰ ਹੋ ਸਕਦੇ ਨੇ? ਜਾਂ ਸਾਡੇ ਬਾਬੇ ਜਾਂ ਕੁਛ ਉਹਨਾਂ ਦੇ ਬਰਾਬਰ ਹੋ ਸਕਦੇ ਨੇ? ਨਾ। ਜੋ ਰੱਬ ਦਾ ਸੇਵਕ ਹੈ, ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਹ ਮਹਾਨ ਹੈ ਕਿਉਂਕਿ ਉਹ ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀ ਰਿਹਾ ਹੈ। ਪ੍ਰਭ ਕੇ ਸੇਵਕ ਉੱਚ ਤੇ ਉੱਚੇ। ਉੱਚ ਤੇ ਉੱਚੇ ਦਾ ਮਤਲਬ ਉੱਚਿਆਂ ਤੋਂ ਉੱਚੇ, ਮਹਾਨ, ਵੱਡੇ, ਸਭ ਤੋਂ ਉੱਚੇ, ਸਭ ਤੋਂ ਵੱਡੇ। ਜੋ ਪ੍ਰਭੂ ਦੇ ਸੇਵਕ ਨੇ ਉਹ ਸਭ ਤੋਂ ਉੱਚੇ ਨੇ, ਸਭ ਤੋਂ ਮਹਾਨ ਨੇ। ਤੇ ਸੇਵਕ ਕੌਣ ਹੈ?
ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ। ਤੇ ਸੇਵਕ ਬਾਰੇ ਆਪਾਂ ਕਾਫੀ ਲੰਬੀ ਚੌੜੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਜਿਵੇਂ ਆਸਾ ਕੀ ਵਾਰ ਦੇ ਵਿੱਚ ਪੌੜੀ ਰਾਹੀਂ ਗੁਰਦੇਵ ਨੇ ਬਿਆਨ ਕੀਤਾ ਹੈ ਕਿ ਸੇਵਕ ਦੇ ਕੁਝ ਗੁਣ ਨੇ, ਸੇਵਕ ਦੀਆਂ ਕੁਝ ਕੁਆਲਿਟੀਆਂ ਨੇ। ਉਹਦੇ ਅੰਦਰ ਸੰਤੋਖ ਹੈ, ਰੱਬ ਦੇ ਸੇਵਕ ਵਿੱਚ ਸੱਚਾਈ ਹੈ, ਉਹ ਮੰਦੇ ਪਾਸੇ ਪੈਰ ਨਹੀਂ ਰੱਖਦਾ, ਉਹ ਚੰਗੀ ਕਿਰਤ ਕਰਦਾ ਹੈ, ਉਹ ਵੰਡ ਕੇ ਛਕਦਾ ਹੈ, ਉਹ ਸਿਫਤ ਸਲਾਹ ਕਰਦਾ ਹੈ, ਉਹ ਆਪਣੀਆਂ ਲੋੜਾਂ ਨੂੰ ਸੀਮਤ ਰੱਖਦਾ ਹੈ, ਔਰ ਉਹ ਰੱਬੀ ਰਜ਼ਾ ਦੇ ਵਿੱਚ ਤੁਰ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਇਸ ਲਈ ਪ੍ਰਭੂ ਦੇ ਸੇਵਕ ਉੱਚੇ ਨੇ ਕਿਉਂਕਿ ਉਹਨਾਂ ਦੀ ਸੋਚ ਉੱਚੀ ਹੈ, ਉਹਨਾਂ ਦੇ ਬੋਲ ਮਹਾਨ ਨੇ, ਉਹਨਾਂ ਦਾ ਜੀਵਨ ਮਹਾਨ ਹੈ, ਉਹਨਾਂ ਦੇ ਜੀਵਨ ਦਾ ਢੰਗ ਮਹਾਨ ਹੈ, ਉਹ ਉੱਚੇ ਨੇ, ਮਹਾਨ ਨੇ। ਜੋ ਪ੍ਰਭ ਇੱਥੇ ਵਿਸਰਾਮ ਲਾਵਾਂਗੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਜਿਸ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ। ਆਪਣੀ ਸੇਵਾ ਦਾ ਮਤਲਬ ਜੋ ਰੱਬ ਦੀ ਰਜ਼ਾ ਵਿੱਚ ਚੱਲਦਾ ਹੈ, ਜੋ ਰੱਬ ਦੇ ਗੁਣਾਂ ਦਾ ਧਾਰਨੀ ਹੈ, ਜਾਂ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਿਆ, ਜੋ ਸਾਰਿਆਂ ਦੇ ਵਿੱਚ ਵਸਦੇ ਹੋਏ ਇੱਕ ਰੱਬ ਨੂੰ ਵੇਖ ਕੇ ਇਸ ਦੁਨੀਆ ਵਿੱਚ ਸੇਵਕ ਮੰਨਦਾ ਹੈ, ਵਿੱਚ ਦੁਨੀਆ ਸੇਵਕ ਮਾਈ ਹੈ, ਜਿਹਦੇ ਅੰਦਰ ਸੱਚਾਈ ਹੈ, ਜਿਸ ਦੀ ਸੋਚ ਵਿੱਚ ਨਿਰਭੈਤਾ ਹੈ, ਜਿਸ ਦੀ ਸੋਚ ਵਿੱਚ ਨਿਰਵੈਰਤਾ ਹੈ, ਜਿਹਦੇ ਅੰਦਰ ਪਸ਼ੂ ਬਿਰਤੀਆਂ ਨਹੀਂ ਹਨ, ਜਿਹਦੇ ਅੰਦਰ ਇਨਸਾਨੀਅਤ ਹੈ, ਜੋ ਸੱਚੀ ਸੁੱਚੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ, ਜਿਹਨੂੰ ਪ੍ਰਭੂ ਨੇ ਐਸੀ ਸੇਵਾ ਦੇ ਵਿੱਚ ਲਾ ਲਿਆ, ਇਹਨੂੰ ਹੀ ਸੇਵਾ ਕਹਿੰਦੇ ਨੇ। ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਸੋ ਸੇਵਕ, ਇੱਥੇ ਵਿਸਰਾਮ ਲਗਾਵਾਂਗੇ। ਦਹਿ ਦਿਸ ਪ੍ਰਗਟਾਇਆ, ਇਹਨੂੰ ਪ੍ਰਗਟਾਇਆ ਨਹੀਂ ਪੜਾਂਗੇ, ਪੱਪੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਪ੍ਰ ਬੋਲਾਂਗੇ, ਪ੍ਰਗਟਾਇਆ। ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਪ੍ਰਗਟਾਇਆ ਦਾ ਮਤਲਬ ਪ੍ਰਗਟ ਹੋ ਜਾਂਦਾ ਹੈ, ਦਹਿ ਦਿਸ ਦਾ ਮਤਲਬ ਦਸੇ ਪਾਸੇ, ਯਾਨੀ ਸਾਰੇ ਸੰਸਾਰ ਦੇ ਅੰਦਰ। ਉਹ ਸੇਵਕ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ, ਯਾਨੀ ਸਾਰੇ ਸੰਸਾਰ ਵਿੱਚ ਉਹਨੂੰ ਮਾਣ ਮਿਲਦਾ ਹੈ। ਜਿੱਥੇ ਵੀ ਜਾਏਗਾ ਉਹਨੂੰ ਮਾਣ ਮਿਲੇਗਾ, ਜਿੱਥੇ ਵੀ ਜਾਏਗਾ ਉਹਨੂੰ ਸਤਿਕਾਰ ਮਿਲੇਗਾ, ਕਿਉਂਕਿ ਉਹ ਕੰਮ ਹੀ ਸਤਿਕਾਰ ਵਾਲੇ ਕਰਨੇ ਨੇ। ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹੈ, ਉਸ ਦੇ ਅੰਦਰ ਨਿਮਰਤਾ ਹੈ। ਉਹਨੇ ਜਿੱਥੇ ਜਾਣਾ ਉੱਥੇ ਮਿੱਠਾ ਬੋਲਣਾ ਹੈ, ਉਹਨੇ ਹੱਸਦੇ ਰਹਿਣਾ ਹੈ, ਉਹਨੇ ਮੁਸਕਰਾਉਂਦੇ ਰਹਿਣਾ ਹੈ। ਉਹਦੇ ਮੱਥੇ ਤੇ ਤਿਊੜੀਆਂ ਨਹੀਂ ਦਿਸਣਗੀਆਂ, ਉਹਦੇ ਬੋਲਾਂ ਵਿੱਚ ਹੰਕਾਰ ਨਹੀਂ ਦਿਸੇਗਾ, ਈਰਖਾ ਨਹੀਂ ਨਜ਼ਰੀ ਪਵੇਗੀ, ਉਹਦੇ ਅੰਦਰ ਸਹਿਯੋਗ ਦੀ ਭਾਵਨਾ ਹੋਵੇਗੀ। ਤੇ ਉਹ ਜਿੱਥੇ ਵੀ ਜਾਏਗਾ ਜਗਤ ਵਿੱਚ ਉਹਨੂੰ ਮਾਣ ਮਿਲੇਗਾ, ਉਹਨੂੰ ਸਤਿਕਾਰ ਮਿਲੇਗਾ। ਤਾਂ ਉਹ ਦਸਾਂ ਦਿਸ਼ਾ ਵਿੱਚ, ਸੰਸਾਰ ਦੇ ਅੰਦਰ ਯਾਨੀ ਪੂਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ। ਉਹ ਛਿਪ ਨਹੀਂ ਸਕਦਾ, ਜੇ ਛਿਪਣਾ ਵੀ ਚਾਹੇ ਤਾਂ ਉਹ ਛਿਪ ਨਹੀਂ ਪਾਏਗਾ ਨਾ। ਜਿਹੜਾ ਰੱਬ ਦਾ ਭਗਤ ਹੈ ਉਹ ਕਦੇ ਛਿਪ ਨਹੀਂ ਸਕਦਾ, ਜੇ ਛਿਪਣਾ ਚਾਹੇ ਤਾਂ ਵੀ ਨਹੀਂ। ਕਿਉਂ? ਬੇਸ਼ੱਕ ਉਹ ਆਮ ਦੁਨੀਆ ਵਰਗੇ ਉਹਨੇ ਬਸਤਰ ਪਾਏ ਨੇ, ਆਮ ਦੁਨੀਆ ਦੀ ਤਰ੍ਹਾਂ ਉਹ ਕਿਰਤਕਾਰ ਕਰਦਾ ਹੈ, ਪਰ ਉਹਦੇ ਵਿਹਾਰ ਤੋਂ ਪਤਾ ਲੱਗ ਜਾਏਗਾ ਨਾ, ਉਹਦੇ ਬੋਲਾਂ ਤੋਂ, ਉਹਦੀ ਸੋਚ ਤੋਂ, ਉਹਦੇ ਵਿਹਾਰ ਤੋਂ ਪਤਾ ਲੱਗ ਜਾਏਗਾ ਕਿ ਰੱਬ ਦਾ ਪਿਆਰਾ ਹੈ, ਚੰਗੇ ਗੁਣ ਕੰਮ ਕਰਨ ਵਾਲਾ ਹੈ। ਨੀਕੀ ਕੀਰੀ ਮਹਿ ਕਲ ਰੱਖ ਹੈ, ਇੱਥੇ ਮਹਿ ਤੇ ਵਿਸ਼ਰਾਮ ਲਾਵਾਂਗੇ। ਨੀਕੀ ਕੀਰੀ ਮਹਿ ਕਲ ਰੱਖ ਹੈ। ਕੀੜੀ ਦਾ ਮਤਲਬ ਕੀੜੀ, ਕਲਾ ਦਾ ਮਤਲਬ ਸ਼ਕਤੀ। ਜੇ ਰੱਬ ਨਿੱਕੀ ਜੀ ਕੀੜੀ ਦੇ ਵਿੱਚ ਤਾਕਤ ਰੱਖ ਦਵੇ, ਨੀਕੀ ਕੀਰੀ ਮਹਿ ਕਲ ਰੱਖ ਹੈ, ਜੇ ਆਪਣੀ ਸੱਤਿਆ ਨਿੱਕੀ ਜੀ ਕੀੜੀ ਦੇ ਵਿੱਚ ਰੱਖ ਦਵੇ, ਕਸਮ ਕਰੇ ਲਸ਼ਕਰ ਕੋਟ ਲੱਖ ਹੈ। ਲੱਖ ਦਾ ਮਤਲਬ ਲੱਖਾਂ, ਤਾਂ ਉਹ ਕੀੜੀ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦਿੰਦੀ ਹੈ, ਹਰਾ ਦਿੰਦੀ ਹੈ, ਜਿੱਤ ਜਾਂਦੀ ਹੈ। ਹੁਣ ਇਹ ਸਮਝਣ ਵਾਲੀ ਚੀਜ਼ ਹੈ। ਇੱਥੇ ਕੀੜੀ ਦਾ ਮਤਲਬ ਹੈ ਕਿ ਜਿਹਨੂੰ ਲੋਕ ਕੀੜੀ ਦੀ ਤਰ੍ਹਾਂ ਮਾਮੂਲੀ ਜਿਹਾ ਇਨਸਾਨ ਕਹਿੰਦੇ ਨੇ। ਜੋ ਆਮ ਇਨਸਾਨ ਹੈ, ਜਦੋਂ ਉਹਦੇ ਵਿੱਚ ਵੀ ਪ੍ਰਭੂ ਆਪਣੀ ਸੱਤਿਆ ਰੱਖਦਾ ਹੈ ਤਾਂ ਉਹ ਲੱਖਾਂ ਲਸ਼ਕਰਾਂ ਨੂੰ ਭਸਮ ਕਰ ਦਿੰਦਾ ਹੈ, ਭਾਵ ਕਿ ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ। ਔਰ ਇਹ ਹਕੀਕਤ ਹੈ। ਅਸੀਂ ਦੇਖਦੇ ਹਾਂ ਇੰਡੀਆ ਦੇ ਉੱਤੇ ਮੁਹੰਮਦ ਬਿਨ ਕਾਸਮ ਨੇ 712 ਦੇ ਅੰਦਰ ਪਹਿਲਾ ਹਮਲਾ ਕੀਤਾ। ਕਿੰਨੇ ਹਮਲਾਵਰ ਆਉਂਦੇ ਰਹੇ, ਉਥੋਂ ਦੇ ਇੱਜ਼ਤ ਨੂੰ, ਧਨ ਨੂੰ ਲੁੱਟਦੇ ਰਹੇ, ਮੰਦਰਾਂ ਨੂੰ ਗਿਰਾਉਂਦੇ ਰਹੇ, ਸ਼ੋਸ਼ਣ ਕਰਦੇ ਰਹੇ, ਇੰਡੀਆ ਗੁਲਾਮ ਰਿਹਾ। ਔਰ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਜਿਹੜੇ ਸ਼ੂਦਰ ਲੋਕ ਨੇ, ਅਖੌਤੀ ਨੀਵੀਂ ਜਾਤ ਦੇ, ਉਹਨਾਂ ਨੂੰ ਤਾਂ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕਿਸੇ ਧਰਮ ਸਥਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ, ਤੁਸੀਂ ਧਰਮ ਗ੍ਰੰਥ ਨਹੀਂ ਪੜ੍ਹ ਸਕਦੇ, ਧਰਮ ਗ੍ਰੰਥ ਸੁਣ ਵੀ ਨਹੀਂ ਸਕਦੇ। ਜੇ ਕੋਈ ਚੋਰੀ ਧਰਮ ਗ੍ਰੰਥ ਸੁਣੇ ਨਾ ਸ਼ੂਦਰ, ਤਾਂ ਅੱਜ ਵੀ ਮਨੁ ਸਿਮਰਤੀ ਪੜ੍ਹ ਕੇ ਦੇਖ ਸਕਦੇ ਹੋ ਤੁਸੀਂ,
ਆਪ ਨੂੰ ਲਿਖਿਆ ਮਿਲ ਜਾਏਗਾ ਕਿ ਉਹਦੇ ਕੰਨਾਂ ਵਿੱਚ ਤੇਲ ਉਬਾਲ ਕੇ ਪਾਓ ਜਾਂ ਸਿੱਕਾ ਢਾਲ ਕੇ ਪਾ ਦਿਓ, ਯਾਨੀ ਉਹਨੂੰ ਸੁਣਨ ਦੀ ਇਜਾਜ਼ਤ ਨਹੀਂ ਹੈ। ਜੇ ਕੋਈ ਬ੍ਰਾਹਮਣ ਨੂੰ ਗਾਲ ਕੱਢ ਦੇਵੇ ਤੇ ਉਹਦੀ ਜੀਭ ਕੱਟ ਦਿਓ। ਯਾਨੀ ਇੱਥੋਂ ਤੱਕ ਹਾਲਾਤ ਪਹੁੰਚ ਗਈ ਨਾ। ਔਰ ਇਹਨਾਂ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਲੋਕਾਂ ਦੀ ਗੰਦਗੀ ਚੁੱਕਣ ਵਾਸਤੇ, ਉਹ ਸੇਵਾ ਕਰਨ ਵਾਸਤੇ, ਉਹ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ। ਇਹਨਾਂ ਨੂੰ ਗਿੱਦੜ ਕਿਹਾ ਗਿਆ, ਕਿਸੇ ਨੇ ਇਹਨਾਂ ਨੂੰ ਚਿੜੀਆਂ ਕਿਹਾ, ਕਿਸੇ ਨੇ ਇਹਨਾਂ ਨੂੰ ਕੀੜੀਆਂ ਕਿਹਾ। ਪਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਵੀ ਰੱਬ ਦਾ ਰੂਪ ਹੋ, ਸਾਰਿਆਂ ਦੇ ਵਿੱਚ ਰੱਬ ਹੈ। ਤੇ ਗੁਰੂ 6ਵੇਂ ਪਾਤਸ਼ਾਹ ਜੀ ਤੱਕ ਇਹਨਾਂ ਦੇ ਅੰਦਰ ਕਿੰਨੀ ਅਣਖ ਇੱਜ਼ਤ ਔਰ ਗੈਰਤ ਭਰ ਦਿੱਤੀ ਗਈ। ਤੇ 10ਵੇਂ ਪਾਤਸ਼ਾਹ ਤੱਕ ਇਹਨਾਂ ਲੋਕਾਂ ਨੇ ਉਹਨਾਂ ਨੂੰ, ਜਿਨ੍ਹਾਂ ਨੂੰ ਸ਼ੇਰ ਕਿਹਾ ਜਾਂਦਾ ਸੀ, ਜੋ ਆਪਣੇ ਆਪ ਨੂੰ ਸ਼ੇਰ ਸਮਝਦੇ ਸਨ, ਗਿੱਦੜ ਅਖਵਾਉਣ ਵਾਲਿਆਂ ਦੇ ਅੰਦਰ ਉਹ ਜੁਰਤ, ਉਹ ਅਣਖ, ਉਹ ਗੈਰਤ ਭਰ ਦਿੱਤੀ। ਤੇ ਗਿੱਦੜ ਅਖਵਾਉਣ ਵਾਲਿਆਂ ਨੇ ਸ਼ੇਰ ਅਖਵਾਉਣ ਵਾਲਿਆਂ ਦੀਆਂ ਡਾਰਾਂ ਨੂੰ ਘੇਰ ਕੇ ਲਹੂ ਲੁਹਾਨ ਕੀਤਾ। ਜਿਨ੍ਹਾਂ ਨੂੰ ਚਿੜੀਆਂ ਕਿਹਾ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਅੰਦਰ ਉਹ ਜੁਰਤ ਪੈਦਾ ਕਰ ਦਿੱਤੀ ਕਿ ਉਹਨਾਂ ਨੇ ਬਾਜ ਅਖਵਾਉਣ ਵਾਲਿਆਂ ਦੀਆਂ ਡਾਰਾਂ ਨੂੰ ਘੇਰ ਕੇ ਮਾਰਿਆ। ਭਾਵ ਜੋ ਇੱਕ ਮਾਮੂਲੀ ਜਿਹਾ ਇਨਸਾਨ ਹੈ, ਉਹਦੇ ਅੰਦਰ ਵੀ ਪ੍ਰਭੂ ਦੀ ਕਲਾ ਰੱਖੀ ਜਾਂਦੀ ਹੈ, ਤਾਂ ਉਹ ਲੱਖਾਂ ਲਸ਼ਕਰਾਂ ਦਾ ਪਰਵਾਹ ਨਹੀਂ ਕਰਦਾ। ਪਹਿਲੀ ਗੱਲ। ਤੇ ਇਹਦਾ ਮਤਲਬ ਕਿ ਸਾਡੇ ਸਾਰਿਆਂ ਦੇ ਅੰਦਰ ਐਸੀ ਸੰਭਾਵਨਾ ਹੈ, ਸਾਰਿਆਂ ਦੇ ਅੰਦਰ ਐਸੀ ਸੰਭਾਵਨਾ ਹੈ। ਹਰ ਇਨਸਾਨ ਵਿਸ਼ਵ ਵਿਜੇਤਾ ਹੋ ਸਕਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਲੜਾਈ, ਦੰਗੇ, ਫਸਾਦ ਹੀ। ਜਿਹੜੀ ਨਿੱਕੀ ਜਿਹੀ ਕੀੜੀ ਹੈ, ਜੋ ਮਾਮੂਲੀ ਜਿਹਾ ਇਨਸਾਨ ਹੈ, ਜੋ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ ਹੈ, ਜੇ ਪ੍ਰਭੂ ਦੀ ਕਲਾ ਉਹਦੇ ਅੰਦਰ ਪ੍ਰਗਟ ਹੋ ਜਾਏ, ਰੱਬੀ ਰਜ਼ਾ ਪਾਣੇ ਨੂੰ ਸਮਝ ਦਵੇ, ਤਾਂ ਉਹ ਇਹਨਾਂ ਡਿਪਰੈਸ਼ਨ ਆਦਿਕ ਚੋਂ ਬਾਹਰ ਆ ਜਾਏਗਾ। ਜਿਹੜਾ ਮਾਮੂਲੀ ਜਿਹਾ ਇਨਸਾਨ ਹੈ, ਜੋ ਵਿਕਾਰਾਂ ਦੇ ਅੰਦਰ ਘਿਰਿਆ ਹੋਇਆ ਹੈ, ਜੇ ਉਹਦੇ ਅੰਦਰ ਪ੍ਰਭੂ ਦੀ ਸੱਤਿਆ ਪ੍ਰਗਟ ਹੋ ਜਾਵੇ, ਤਾਂ ਉਹ ਵਿਕਾਰਾਂ ਦੇ ਦਲਾਂ ਨੂੰ ਰਾਖ ਕਰ ਦੇਵੇਗਾ। ਯਾਨੀ ਰੱਬ ਦੇ ਸਿਸਟਮ ਦੇ ਅੰਦਰ ਹੀ ਇਹ ਸਾਰਾ ਕੁਝ ਹੋ ਜਾਂਦਾ ਹੈ। ਤੇ ਅਸੀਂ ਦੇਖਦੇ ਹਾਂ, ਕੀੜੀ ਤੇ ਸਾਨੂੰ ਦਿਸਦੀ ਹੈ ਨਾ, ਤੇ ਨਿੱਕੀ ਜਿਹੀ ਕੀੜੀ ਕਰੋਨਾ ਦਿਸਦਾ ਵੀ ਨਹੀਂ, ਇਹਨਾਂ ਅੱਖਾਂ ਨਾਲ ਤੇ ਦਿਸਦਾ ਨਹੀਂ। ਤੇ ਲੱਖਾਂ ਲਸ਼ਕਰਾਂ ਫੌਜਾਂ ਨੂੰ ਬੰਨ ਕੇ ਵਾਇਆ ਨਾ, ਜਹਾਜ਼ ਨਹੀਂ ਉੱਡਦੇ ਪਏ, ਸਮੁੰਦਰੀ ਜਹਾਜ਼ ਨਹੀਂ ਚੱਲਦੇ ਪਏ, ਫੌਜਾਂ ਦੂਜਾ ਤੀਜਾ ਜੋ ਜਿੱਥੇ ਹੈ ਰੁਕਿਆ ਪਿਆ ਨਾ, ਹਰ ਬੰਦਾ ਭੈ ਦੇ ਅੰਦਰ ਹੈ। ਇਸੇ ਨੂੰ ਕਹਿੰਦੇ ਨੇ ਨੇਕੀ ਕੀਰੀ ਮੈਂ ਕਲ ਰੱਖ ਹੈ, ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਯਾਨੀ ਜਦੋਂ ਸਿਸਟਮ ਦੇ ਅੰਦਰ ਇਹ ਸਾਰਾ ਕੁਝ ਹੁੰਦਾ ਹੈ, ਜਦੋਂ ਰੱਬ ਦੀ ਕਲਾ ਕਿਸੇ ਮਾਮੂਲੀ ਇਨਸਾਨ ਵਿੱਚ ਵੀ ਪੈਦਾ ਹੁੰਦੀ ਹੈ, ਤਾਂ ਉਹ ਵੀ ਲੱਖਾਂ ਲਸ਼ਕਰਾਂ ਨੂੰ ਰਾਖ ਕਰ ਦਿੰਦਾ ਹੈ। ਭਾਵ ਕਿ ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ। ਜਿਸ ਕਾ ਸਾਸ ਨਾ ਕਾਢਤ ਆਪ, ਜਿਹਦਾ ਸਵਾਸ ਪ੍ਰਭੂ ਆਪ ਦਾ, ਤਾਕੋ ਰਾਖਤ ਦੇ ਕਰ ਹਾਥ, ਉਹਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ ਹੈ। ਹੁਣ ਦੇਖੋ, ਇੱਕ ਤਾਂ ਹੈ ਸਰੀਰਕ ਮੌਤ। ਸਰੀਰਕ ਮੌਤ ਤਾਂ ਸਾਰਿਆਂ ਦੀ ਹੋਣੀ ਹੈ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਇੱਥੇ ਸਰੀਰਕ ਮੌਤ ਦੀ ਵੀ ਗੱਲ ਬਿਲਕੁਲ ਪੂਰੀ ਢੁਕਦੀ ਹੈ। ਜਿਵੇਂ ਅਸੀਂ ਸਹਿਸਤ੍ਰਿਤੀ ਵਿੱਚ ਪੜ੍ਹਦੇ ਹਾਂ, ਮ੍ਰਿਗੀ ਪੇਖੰਤ ਬਧਿਕ ਪ੍ਰਾਹਰੇਨ ਲਖੇ ਆਵਦ ਹੈ, ਅਹੋ ਜਸ ਰਖੇਨ ਲਖ ਗੋਪਾਲ ਹੈ, ਨਾਨਕ ਰੋਮ ਨਾ ਛੇਦੇ ਤੇ। ਕੋਈ ਸ਼ਿਕਾਰੀ ਮਾਰਦਾ ਹੈ ਗੋਲੀ ਜਾਂ ਤੀਰ ਹਿਰਨ ਵੱਲ, ਲੇਕਿਨ ਨਿਸ਼ਾਨਾ ਖੁੰਝ ਜਾਂਦਾ ਹੈ ਤੇ ਉਹ ਹਿਰਨੀ ਬਚ ਜਾਂਦੀ ਹੈ। ਯਾਨੀ ਨਿਸ਼ਾਨਾ ਖੁੰਝ ਗਿਆ ਨਾ, ਤਾਂ ਸਿਸਟਮ ਦੇ ਅੰਦਰ ਉਹ ਬਚ ਗਈ। ਜੇ ਨਿਸ਼ਾਨਾ ਲੱਗ ਜਾਂਦਾ ਮਰ ਜਾਂਦੀ। ਤਾਂ ਸਿਸਟਮ ਤੋਂ ਬਾਹਰ ਮੌਤ ਨਹੀਂ ਹੈ, ਸਰੀਰਕ ਮੌਤ ਵੀ ਸਿਸਟਮ ਦੇ ਵਿੱਚ ਹੈ। ਤੇ ਬਾਕੀ ਜਿਹੜੀ ਖਾਸ ਗੱਲ ਹੈ, ਜਿਸ ਕਾ ਸਾਸ ਨਾ ਕਾਢਤ ਆਪ। ਹੁਣ ਅਸਲੀ ਮੌਤ ਕੀ ਹੈ? ਅਸਲੀ ਮੌਤ ਹੈ ਜ਼ਮੀਰ ਦਾ ਮਰ ਜਾਣਾ, ਅਸਲੀ ਮੌਤ ਹੈ ਇਨਸਾਨੀਅਤ ਦਾ ਮਰ ਜਾਣਾ। ਸਾਸ ਨਿਕਲਣ ਦਾ ਮਤਲਬ ਇਹ ਵੀ ਕਿ ਮੌਤ ਹੋ ਜਾਣੀ। ਤਾਂ ਜਿਸ ਨੂੰ ਰੱਬ ਆਤਮਕ ਮੌਤ ਨਹੀਂ ਦਿੰਦਾ, ਤਾਂ ਕੋ ਰਾਖਤ ਦੇ ਕਰ ਹਾਥ, ਉਹਨੂੰ ਆਪਣਾ ਹੱਥ ਦੇ ਕੇ ਆਤਮਕ ਮੌਤ ਤੋਂ ਵੀ ਬਚਾਉਂਦਾ ਹੈ। ਹੁਣ ਜਦੋਂ ਅਸੀਂ ਵਿਕਾਰ ਕਮਾਉਂਦੇ ਆ ਨਾ, ਕਿਉਂਕਿ ਇਹ ਗੱਲ ਅਸੀਂ ਰੋਜ਼ ਹਰ ਟਾਈਮ ਕਰੀਬ ਵਿਚਾਰ ਰਹੇ ਹਾਂ ਕਿ ਬੰਦਾ ਉਦੋਂ ਮਰ ਜਾਂਦਾ ਹੈ ਜਦੋਂ ਬੰਦਾ ਵਿਕਾਰ ਕਮਾਉਂਦਾ ਹੈ। ਤੇ ਜਦੋਂ ਬੰਦਾ ਮਰਨ ਲੱਗਦਾ ਹੈ ਨਾ, ਜਿਹੜਾ ਰੱਬ ਦੇ ਨਾਲ ਜੁੜਿਆ, ਰੱਬ ਉਹਨੂੰ ਬਚਾ ਲੈਂਦਾ ਹੈ। ਜਿਵੇਂ ਮੈਂ ਪਹਿਲਾਂ 2 ਮਿੰਟ ਪਹਿਲਾਂ ਹੀ ਬੇਨਤੀ ਕੀਤੀ ਹੈ
ਕਿ ਜੇ ਚੋਰੀ ਦੀ ਭਾਵਨਾ ਆਉਂਦੀ ਹੈ ਤਾਂ ਰੱਬ ਦੇ ਪਿਆਰੇ ਦੇ ਅੰਦਰੋਂ ਆਵਾਜ਼ ਆ ਜਾਏਗੀ, ਚੋਰੀ ਕਰਨਾ ਚੰਗਾ ਨਹੀਂ। ਮਰਨ ਲੱਗਾ ਸੀ ਨਾ, ਪਰ ਬਚ ਗਿਆ। ਕੋਈ ਬੇਗਾਨੀ ਧੀ ਭੈਣ ਹੈ, ਮਾੜੀ ਨਜ਼ਰ ਨਾਲ ਤੱਕਣ ਲੱਗਾ ਹੈ, ਮੌਤ ਹੋਣ ਲੱਗੀ ਨਾ, ਲੇਕਿਨ ਅੰਦਰੋਂ ਆਵਾਜ਼ ਆ ਗਈ, ਪਰ ਤੇਰੇ ਰੂਪ ਨਾ ਪੇਖੇ ਨੇਤਰ, ਮਰਨ ਤੋਂ ਬਚ ਗਿਆ ਨਾ। ਤਾਂ ਜਿਸ ਨੂੰ ਪ੍ਰਭੂ ਆਪ ਆਤਮਕ ਮੌਤ ਤੋਂ ਬਚਾਉਂਦਾ ਹੈ, ਉਹਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ, ਭਾਵ ਆਪਣੇ ਸਿਸਟਮ ਰਾਹੀਂ ਬਚਾਉਂਦਾ ਹੈ, ਸਰੀਰਕ ਮੌਤ ਤੋਂ ਵੀ ਔਰ ਆਤਮਕ ਮੌਤ ਤੋਂ। ਸਰੀਰਕ ਔਰ ਆਤਮਕ ਸਾਰਾ ਕੁਝ ਪ੍ਰਭੂ ਦੇ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਨਹੀਂ ਹੈ। ਤਾਂ ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਮਾਨਸ ਜਤਨ ਕਰਤ ਬਹੁ ਭਾਂਤ। ਇੱਥੇ ਮਾਨਸ ਤੇ ਰੁਕਾਂਗੇ, ਵਿਸ਼ਰਾਮ ਲਵਾਂਗੇ। ਮਾਨਸ ਜਤਨ ਕਰਤ ਬਹੁ ਭਾਂਤ। ਬੰਦਾ ਕਈ ਤਰੀਕਿਆਂ ਦੇ ਨਾਲ ਯਤਨ ਕਰਦਾ ਹੈ, ਔਰ ਯਤਨ ਜਿਹੜੇ ਨੇ ਕਈ ਤਰੀਕਿਆਂ ਦੇ ਨਾਲ ਕਈ ਕੰਮਾਂ ਵਾਸਤੇ ਕਰਦਾ ਹੈ। ਕੋਈ ਯਤਨ ਕਰ ਰਿਹਾ ਹੈ ਰਾਜਨੀਤੀ ਵਿੱਚ ਪ੍ਰਾਪਤੀ ਕਰਨ ਲਈ ਕਿ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ, ਯਤਨ ਕਰ ਰਿਹਾ ਨਾ ਬੰਦਾ, ਯਤਨ ਕਰਨਾ ਉਹਦਾ ਹੱਕ ਹੈ। ਕੋਈ ਸਮਾਜਿਕ ਦੁਨੀਆ ਵਿੱਚ ਯਤਨ ਕਰ ਰਿਹਾ ਹੈ ਕਿ ਮੈਂ ਆਪਣੇ ਸਮਾਜ ਦੇ ਵਿੱਚ ਮਾਣ ਆਦਰ, ਕੋਈ ਧਾਰਮਿਕ ਦੁਨੀਆ ਵਿੱਚ, ਕੋਈ ਆਰਥਿਕ ਦੁਨੀਆ ਵਿੱਚ, ਯਾਨੀ ਅਨੇਕਾਂ ਕਿਸਮ ਦੇ ਯਤਨ ਬੰਦਾ ਕਰਦਾ ਹੈ ਨਾ ਆਪਣੇ ਜੀਵਨ ਦੇ ਅੰਦਰ ਸਫਲਤਾ ਵਾਸਤੇ। ਪਰ ਗੁਰੂ ਜੀ ਕਹਿੰਦੇ ਨੇ ਤਿਸਕੇ ਕਰਤਵ ਬਿਰਥੇ ਜਾਤ, ਉਹਦੇ ਸਾਰੇ ਕੰਮ ਜਿਹੜੇ ਨੇ ਵਿਅਰਥ ਚਲੇ ਜਾਂਦੇ ਨੇ। ਬੰਦਾ ਤੇ ਯਤਨ ਕਰਦਾ ਹੈ ਪਰ ਕੰਮ ਉਹਦੇ ਸਾਰੇ ਵਿਅਰਥ ਚਲੇ ਜਾਂਦੇ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕੰਮ ਵਿਅਰਥ ਕਿਉਂ ਚਲੇ ਗਏ? ਦੇਖੋ, ਜੇ ਰਾਜਨੀਤੀ ਦੀ ਦੁਨੀਆ ਵਿੱਚ ਪ੍ਰਧਾਨ ਮੰਤਰੀ ਦੇ ਪਦ ਤੱਕ ਮੰਨ ਲਓ ਪਹੁੰਚਣਾ ਹੈ, ਤਾਂ ਉਹਦੇ ਵਾਸਤੇ ਕੁਝ ਰਿਕੁਆਇਰਮੈਂਟ ਹੈ ਨਾ, ਕਿ ਉਹਦੇ ਕੋਲ ਇੰਨੇ MP ਚਾਹੀਦੇ ਨੇ ਤਾਂ ਹੀ ਉਹ ਬਣ ਸਕੇਗਾ। ਤੇ ਜੇ ਹੁਣ ਯਤਨ ਕਰੇ ਪਰ ਉਹ ਸਿਸਟਮ ਨੂੰ ਫੋਲੋ ਨਾ ਕਰ ਪਾਏ ਤੇ ਕਰਤੱਵ ਬਿਰਥੇ ਚਲੇ ਗਏ ਨਾ, ਕਿਉਂਕਿ ਯਤਨ ਕਿਤੇ ਗਲਤ ਹੋਏ ਨੇ। ਯਤਨ ਜਿਨ੍ਹਾਂ ਨੇ ਉਹ ਰਿਕੁਆਇਰਮੈਂਟ ਪੂਰੀ ਕਰਨੀ ਸੀ, ਉਹ ਉਹੋ ਜਿਹੇ ਯਤਨ ਨਹੀਂ ਕਰ ਪਾਇਆ। ਜੇ ਅਸੀਂ ਖੁਸ਼ੀ ਚਾਹੁੰਦੇ ਹਾਂ ਜ਼ਿੰਦਗੀ ਵਿੱਚ, ਪਰ ਯਤਨ ਕਰ ਰਹੇ ਹਾਂ ਪਰ ਖੁਸ਼ੀ ਮਿਲ ਨਹੀਂ ਰਹੀ, ਤਾਂ ਇਹਦਾ ਮਤਲਬ ਸਾਡੇ ਯਤਨ ਬੇਕਾਰ ਚਲੇ ਗਏ, ਵਿਅਰਥ ਚਲੇ ਗਏ। ਰੀਜ਼ਨ ਕਿ ਸਾਡੇ ਜਿਹੜੇ ਯਤਨ ਸਨ ਉਹ ਗਲਤ ਢੰਗ ਦੇ ਨਾਲ ਕੀਤੇ ਜਾ ਰਹੇ ਸਨ। ਉਹ ਗਲਤ ਢੰਗ ਦੇ ਨਾਲ ਕੀਤੇ ਜਾ ਰਹੇ ਸਨ। ਜਿਹੜੇ ਕਾਮਯਾਬ ਲੋਕ ਹੁੰਦੇ ਨੇ ਨਾ, ਉਹ ਕੋਈ ਨਵੇਂ ਕੰਮ ਨਹੀਂ ਕਰਦੇ, ਉਹ ਨਵੇਂ ਢੰਗ ਦੇ ਨਾਲ ਕਰਦੇ ਨੇ, ਸਹੀ ਢੰਗ ਦੇ ਨਾਲ ਕਰਦੇ ਨੇ, ਤਾਂ ਉਹ ਕਾਮਯਾਬ ਹੁੰਦੇ ਨੇ। ਧਾਰਮਿਕ ਦੁਨੀਆ ਹੈ, ਜੇ ਅਸੀਂ ਮੰਨ ਲਓ ਅਸੀਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ, ਰੱਬ ਦੇ ਵਿੱਚ ਮਿਲਣਾ ਚਾਹੁੰਦੇ ਹਾਂ, ਤੇ ਯਤਨ ਅਸੀਂ ਕਰ ਰਹੇ ਹਾਂ, ਵਰਤ ਰੱਖ ਰਹੇ ਹਾਂ, ਤੀਰਥਾਂ ਤੇ ਨਹਾ ਰਹੇ ਹਾਂ, ਸਮਾਧੀਆਂ ਲਾ ਰਹੇ ਹਾਂ, ਜਪ ਤਪ ਕਰ ਰਹੇ ਹਾਂ, ਨੰਗੇ ਪੈਰੀ ਜਾ ਰਹੇ ਹਾਂ, ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ ਹਾਂ, ਰੱਬ ਨਾਲ ਨਹੀਂ ਮਿਲ ਪਾਏ। ਰੀਜਨ ਕਿ ਕੰਮ ਅਸੀਂ ਆਪਣੇ ਬਦਲੇ ਨਹੀਂ, ਸੋਚ ਬਦਲੇ ਨਹੀਂ, ਸੋਚ ਮਾੜੀ ਹੈ, ਤਾਂ ਇਹ ਯਤਨ ਬੇਕਾਰ ਚਲੇ ਗਏ ਨਾ। ਜਿਹੜਾ ਵੀ ਕੰਮ ਅਸੀਂ ਸਿਸਟਮ ਮੁਤਾਬਕ ਨਹੀਂ ਕਰਾਂਗੇ, ਉਹ ਕੰਮ ਬੇਕਾਰ ਚਲਾ ਜਾਏਗਾ, ਉਹ ਸਫਲ ਨਹੀਂ ਹੋਏਗਾ। ਕਿੱਕਰ ਬੀਜਾਂਗੇ ਔਰ ਕਿੱਕਰ ਬੀਜ ਕੇ ਅੰਗੂਰ ਖਾਣ ਦਾ ਯਤਨ ਕਰਾਂਗੇ ਤਾਂ ਇਹ ਯਤਨ ਬੇਕਾਰ ਜਾਏਗਾ, ਕਿਉਂਕਿ ਕਿੱਕਰ ਦੇ ਨਾਲ ਅੰਗੂਰ ਨਹੀਂ ਲੱਗਣੇ। ਭੇਡਾਂ ਦੀ ਉੱਨ ਕਤਾ ਕੇ ਤੇ ਜੇ ਰੇਸ਼ਮੀ ਕੱਪੜੇ ਬਣਵਾਉਣ ਦਾ ਯਤਨ ਕਰਾਂਗੇ ਤਾਂ ਇਹ ਯਤਨ ਬੇਕਾਰ ਜਾਏਗਾ, ਕਿਉਂਕਿ ਭੇਡਾਂ ਦੀ ਉੱਨ ਤੋਂ ਰੇਸ਼ਮੀ ਕੱਪੜੇ ਬਣਨੇ ਹੀ ਨਹੀਂ ਹੈਗੇ, ਰੇਸ਼ਮੀ ਕੱਪੜੇ ਬਣਨੇ ਹੀ ਨਹੀਂ। ਜੇ ਹੁਣ ਬੰਦਾ ਪਾਣੀ ਉਬਾਲੇ ਕੜਾਈ ਵਿੱਚ, ਤੇ ਕੜਾਈ ਦੇ ਵਿੱਚ ਹੁਣ ਚਾਹੇ ਕਿ ਉਹ ਮੈਂ ਜਿਹੜੇ ਨੇ ਪੂੜੇ ਤਲ ਲਵਾਂ ਪਾਣੀ ਵਿੱਚ, ਤੇ ਪਾਣੀ ਵਿੱਚ ਪੂੜੇ ਤੇ ਨਹੀਂ ਨਾ ਤਲੇ ਜਾਣੇ, ਯਤਨ ਕਰੋਗੇ ਬੇਕਾਰ ਜਾਣਗੇ। ਤਾਂ ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਵ ਬਿਰਥੇ ਜਾਤ। ਰੱਬੀ ਹੁਕਮ ਤੋਂ ਉਲਟ ਬੰਦਾ ਬਹੁਤ ਯਤਨ ਕਰਦਾ ਹੈ, ਉਹਦੇ ਸਾਰੇ ਕਰਤਵ, ਉਹਦੇ ਸਾਰੇ ਯਤਨ, ਉਹਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਨੇ। ਜਿਵੇਂ ਦੇਖੋ, ਅਸੀਂ ਵਿਆਹ ਕਰਾਇਆ ਕਿਸ ਕਰਕੇ? ਵੀ ਸਾਨੂੰ ਖੁਸ਼ੀ ਮਿਲੇਗੀ, ਬੱਚਿਆਂ ਨੂੰ ਜਨਮ ਦਿੱਤਾ, ਘਰ-ਬਾਰ। ਹੁਣ ਇਹ ਕੰਮ ਤੇ ਸਾਰੇ ਹੋ ਗਏ ਲੇਕਿਨ ਖੁਸ਼ੀ ਨਹੀਂ ਹੈ, ਤਾਂ ਇਹਦਾ ਮਤਲਬ ਸਾਡੇ ਯਤਨ ਕਿਤੇ ਗਲਤੀ ਹੈ ਨਾ। ਜੋ ਸਾਨੂੰ ਖੁਸ਼ੀ ਵਾਸਤੇ ਰਿਕੁਆਇਰਮੈਂਟ ਚਾਹੀਦੀ ਸੀ ਉਹ ਅਸੀਂ ਪੂਰੇ ਨਹੀਂ ਕੀਤੀ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਜਾ ਤੋਂ ਬਾਹਰ ਜਿਹੜਾ ਬੰਦਾ ਯਤਨ ਕਰਦਾ ਹੈ, ਉਹਦੇ ਕਰਤੱਵ ਵਿਅਰਥ ਚਲੇ ਜਾਂਦੇ ਨੇ। ਮਾਰੇ ਨਾ ਰਾਖੈ ਅਵਰ ਨਾ ਕੋਈ, ਮਾਰੇ ਨਾ ਰਾਖੈ, ਇਹ ਨੰਨਾ ਜਿਹੜਾ ਹੈ ਇਹ ਦੇਲੀ ਦੀਪਕ ਹੈ। ਮਾਰੇ ਨਾ, ਨਾ ਰਾਖੈ,
ਰਾਖੇ ਤੇ ਵਿਸ਼ਰਾਮ ਲਾਵਾਂਗੇ, ਮਾਰੈ ਨਾ ਰਾਖੈ ਅਵਰ ਨਾ ਕੋਏ। ਰੱਬ ਤੋਂ ਬਿਨਾ ਨਾ ਜੀਵਾਂ ਨੂੰ ਕੋਈ ਮਾਰ ਸਕਦਾ ਹੈ ਔਰ ਨਾ ਬਚਾ ਸਕਦਾ ਹੈ। ਹੁਣ ਇੱਥੇ ਰੱਬੀ ਹੁਕਮ ਦੀ ਗੱਲ ਹੈ ਕਿ ਹੁਕਮ ਤੋਂ ਬਾਹਰ ਨਾ ਤੇ ਕੋਈ ਮਾਰ ਸਕਦਾ ਹੈ, ਨਾ ਹੀ ਕੋਈ ਜਿੰਦਾ ਰੱਖ ਸਕਦਾ ਹੈ। ਮੌਤ ਵਾਸਤੇ ਵੀ ਸਿਸਟਮ ਹੈ ਨਾ ਕੋਈ, ਕਿ ਸਾਡੇ ਸਵਾਸ ਨਾ ਆਵੇ ਤਾਂ ਸਾਡੀ ਮੌਤ। ਹੁਣ ਕੋਈ ਗਲਾ ਘੁੱਟ ਦੇਵੇ, ਸਵਾਸ ਨਹੀਂ ਜਾਏਗਾ ਤਾਂ ਮੌਤ ਹੋ ਜਾਏਗੀ। ਜਿੰਦਾ ਰਹਿਣ ਵਾਸਤੇ ਸਿਸਟਮ ਹੈ ਨਾ ਕਿ ਸਾਡਾ ਦਿਲ ਧੜਕਦਾ ਹੋਣਾ ਚਾਹੀਦਾ ਹੈ। ਤੇ ਜੇ ਹਾਰਟ ਫੇਲ ਹੋ ਜਾਏ, ਕੋਈ ਖੂਨ ਦਾ ਥੱਕਾ ਜੰਮ ਜਾਏ, ਬੰਦਾ ਮਰ ਜਾਏਗਾ। ਬ੍ਰੇਨ ਹੈਮਰੇਜ ਹੋ ਜਾਏ ਜਾਂ ਕੁਝ ਵੀ ਹੋ ਜਾਏ, ਟੀਬੀ ਹੋ ਜਾਏ, ਤਾਂ ਸਿਸਟਮ ਦੇ ਵਿੱਚ ਨਾ, ਜੀਵਨ ਵੀ ਸਿਸਟਮ ਵਿੱਚ ਹੈ, ਮੌਤ ਵੀ ਸਿਸਟਮ ਹੈ। ਰੱਬੀ ਹੁਕਮ ਤੋਂ ਬਾਹਰ ਨਾ ਜੀਵਨ ਹੈ ਨਾ ਮੌਤ ਹੈ। ਸਰਬ ਜੀਆਂ ਕਾ ਰਾਖਾ ਸੋਏ, ਸਾਰੇ ਜੀਵਾਂ ਦਾ ਰਾਖਾ ਇੱਕ ਰੱਬ ਹੈ, ਸਾਰਿਆਂ ਦਾ ਰਾਖਾ ਹੈ। ਸਾਂਝਾ ਸਾਹਿਬ ਬਾਪ ਹਮਾਰਾ ਸਾਂਝਾ ਸਾਹਿਬ ਹੈ। ਉਹਨੇ ਸਾਰਿਆਂ ਵਾਸਤੇ ਸਾਂਝੀਆਂ ਚੀਜ਼ਾਂ ਪੈਦਾ ਕੀਤੀਆਂ ਨੇ। ਧਰਤੀ ਹੈ, ਅਸਮਾਨ ਹੈ, ਚੰਦਰਮਾ ਹੈ, ਪੌਣ ਪਾਣੀ ਬੈਸੰਤਰ ਹੈ, ਵਨਸਪਤੀ ਹੈ, ਸਾਰਾ ਕੁਝ ਸਾਂਝਾ ਹੈ। ਸਾਹੁਰੜੀ ਵਤ ਸਭ ਕੀ ਸਾਂਝੀ, ਟੇਵ ਕੜੇ ਤਨ ਵਖੈ। ਸਾਰਿਆਂ ਨੂੰ ਪਾਲਣ ਵਾਲਾ ਹੈ, ਯਾਨੀ ਸਭ ਦੀ ਪਾਲਣਾ ਰੱਬੀ ਸਿਸਟਮ ਦੇ ਅੰਦਰ ਹੋ ਰਹੀ ਹੈ। ਹੁਣ ਅਗਲਾ ਬਚਨ ਕਰਦੇ ਨੇ, ਕਾਹੇ ਸੋਚ ਕਰਹਿ ਰੇ ਪ੍ਰਾਣੀ। ਕਰਹਿ ਦਾ ਮਤਲਬ ਕਰਦਾ ਹੈ, ਸੋਚ ਦਾ ਮਤਲਬ ਫਿਕਰ। ਕਾਹੇ ਸੋਚ ਕਰੇ ਰੇ ਪ੍ਰਾਣੀ, ਕੀ ਹੈ ਪ੍ਰਾਣੀ, ਤੂੰ ਸੋਚਾਂ ਕਿਉਂ ਸੋਚਦਾ ਹੈ, ਭਾਵ ਫਿਕਰ ਕਿਉਂ ਕਰਦਾ ਹੈ। ਫਿਕਰ ਨਾ ਕਰ, ਫਿਕਰ ਕਰਨ ਦੇ ਨਾਲ ਕੁਝ ਵੀ ਨਹੀਂ ਹੁੰਦਾ। ਜੇ ਅਸੀਂ ਬੈਠੇ ਚਿੰਤਾ ਕਰੀ ਜਾਈਏ, ਮੰਨ ਲਓ ਕਿ ਅੱਜ ਮੈਨੂੰ ਰੋਟੀ ਨਹੀਂ ਮਿਲੀ ਤੇ ਮੈਂ ਚਿੰਤਾ ਕਰੀ ਜਾਵਾਂ ਕਿ ਹਾਏ ਰੋਟੀ ਨਹੀਂ ਮਿਲੀ, ਰੋਟੀ ਨਹੀਂ ਮਿਲੀ, ਰੋਟੀ ਕਿਵੇਂ ਮਿਲੇਗੀ, ਕਦੋਂ ਮਿਲੇਗੀ, ਕਿਸ ਤਰ੍ਹਾਂ ਮਿਲੇਗੀ। ਜੇ ਮੈਂ ਐਵੇਂ ਹੀ ਕਰੀ ਜਾਵਾਂ, ਚਿੰਤਾ ਕਰੀ ਜਾਵਾਂ, ਤੇ ਚਿੰਤਾ ਕਰਨ ਨਾਲ ਰੋਟੀ ਥੋੜਾ ਮਿਲਣੀ। ਮੈਨੂੰ ਟਰਾਈ ਕਰਨੀ ਚਾਹੀਦੀ ਹੈ ਨਾ ਰੋਟੀ ਵਾਸਤੇ, ਮੈਨੂੰ ਟਰਾਈ ਕਰਨੀ ਚਾਹੀਦੀ ਹੈ, ਉਦਮ ਕਰਨਾ ਚਾਹੀਦਾ ਹੈ, ਮੈਨੂੰ ਰੋਟੀ ਪਕਾ ਕੇ ਖਾਣੀ ਚਾਹੀਦੀ ਹੈ, ਕਿਰਤ ਕਰਨੀ ਚਾਹੀਦੀ ਹੈ। ਜੇ ਹੁਣ ਮੈਂ ਚਿੰਤਾ ਹੀ ਕਰੀ ਜਾਵਾਂ, ਕੋਈ ਬੱਚਾ ਹੈ ਉਹਨੇ ਪੜ੍ਹਨਾ ਹੈ, ਪੇਪਰ ਨੇ ਸਿਰ ਤੇ ਬੱਚਾ ਚਿੰਤਾ ਕਰੀ ਜਾਏ, ਹਾਏ ਪੇਪਰ ਆ ਗਏ ਨੇ, ਨੰਬਰ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ, ਪੇਪਰਾਂ ਦੇ ਵਿੱਚ ਕੀ ਬਣੇਗਾ, ਕਿਵੇਂ ਕਰਾਂਗਾ। ਜੇ ਐਵੇਂ ਹੀ ਕਰੀ ਜਾਏ ਤੇ ਕੁਝ ਵੀ ਨਹੀਂ ਨਾ ਕਰੇਗਾ। ਇਹ ਚਿੰਤਾ ਕਰਨ ਦੀ ਬਜਾਏ ਪੇਪਰਾਂ ਦੀ ਤਿਆਰੀ ਕਰੇ, ਰਿਲੈਕਸ ਹੋ ਕੇ ਪੜ੍ਹੇ, ਤਾਂ ਉਹ ਬੰਦਾ ਕਾਮਯਾਬ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਕਿ ਇਹ ਮਨੁੱਖ ਤੂੰ ਚਿੰਤਾ ਕਿਉਂ ਕਰਦਾ ਹੈ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਅਲਖ ਦਾ ਮਤਲਬ ਜੋ ਲਖਨ ਤੋਂ ਪਰੇ ਹੈ, ਜਿਹਨੂੰ ਸਮਝਿਆ ਨਹੀਂ ਜਾ ਸਕਦਾ। ਵਿਡਾਣੀ ਦਾ ਮਤਲਬ ਅਚਰਜ, ਵੰਡਰਫੁਲ। ਜਪ ਦਾ ਮਤਲਬ ਜਾਣ, ਉਹਨੂੰ ਸਮਝ ਕਿ ਹੇ ਨਾਨਕ, ਜਿਹੜਾ ਅਲਖ ਹੈ, ਲਖਨ ਤੋਂ ਪਰੇ ਹੈ, ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਜੋ ਬੇਅੰਤ ਹੈ, ਜੋ ਹੈਰਾਨ ਕਰ ਦੇਣ ਵਾਲਾ ਹੈ, ਜੋ ਵੰਡਰਫੁਲ ਹੈ, ਉਹਨੂੰ ਜਾਣ, ਉਹਨੂੰ ਸਮਝ, ਉਹਦੇ ਸਿਸਟਮ ਨੂੰ ਸਮਝ। ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ। ਚਿੰਤਾ ਕਰੇਗਾ, ਹੋਰ ਚਿੰਤਾ ਦਾ ਸ਼ਿਕਾਰ ਹੋ ਜਾਏਗਾ, ਹੋਰ ਚਿੰਤਾ ਪੈਦਾ ਹੁੰਦੀਆਂ ਜਾਣਗੀਆਂ। ਇੱਕ ਚਿੰਤਾ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ। ਜਦੋਂ ਕੋਈ ਬੰਦਾ ਕਿਸੇ ਇੱਕ ਨਿੱਕੀ ਜਿਹੀ ਚਿੰਤਾ ਨੂੰ ਆਪਣੇ ਮਨ ਦੇ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਦਿੰਦਾ ਹੈ ਨਾ, ਬਾਕੀ ਚਿੰਤਾਵਾਂ ਵਾਸਤੇ ਆਪੇ ਹੀ ਰਾਸਤੇ ਖੁੱਲ ਜਾਂਦੇ ਨੇ। ਕਿਉਂਕਿ ਰਾਸਤਾ ਬਣ ਗਿਆ ਨਾ ਚਿੰਤਾ ਦੇ ਅੰਦਰ ਜਾਣ ਦਾ, ਤਾਂ ਬਾਕੀ ਦੀਆਂ ਚਿੰਤਾ ਆਟੋਮੈਟਿਕਲੀ ਆਈ ਜਾਣਗੀਆਂ। ਇਸ ਲਈ ਜਪ ਦਾ ਮਤਲਬ ਜਾਣ, ਉਹਨੂੰ ਸਮਝ, ਸਿਸਟਮ ਨੂੰ ਸਮਝ, ਤੇ ਸਿਸਟਮ ਦੇ ਅੰਦਰ ਰੱਬੀ ਰਜ਼ਾ ਦੇ ਅੰਦਰ ਯਤਨ ਕਰ। ਉਹ ਹੈਰਾਨ ਕਰ ਦੇਣ ਵਾਲਾ ਹੈ। ਜਦੋਂ ਇਸ ਚੀਜ਼ ਨੂੰ ਸਮਝੇਗਾ, ਰੱਬੀ ਗੁਣਾਂ ਨੂੰ ਗਾਏਗਾ, ਰੱਬੀ ਰਜ਼ਾ ਦੇ ਵਿੱਚ ਤੁਰੇਗਾ, ਤਾਂ ਤੇਰੀ ਜ਼ਿੰਦਗੀ ਦੇ ਅੰਦਰ ਹੈਰਾਨ ਕਰ ਦੇਣ ਵਾਲੀ ਤਬਦੀਲੀ ਆ ਜਾਏਗੀ। ਹੈਰਾਨੀਜਨਕ ਤਬਦੀਲੀ ਤੇਰੀ ਜ਼ਿੰਦਗੀ ਵਿੱਚ ਆ ਜਾਏਗੀ। ਬਾਰੰਬਾਰ ਬਾਰ ਪ੍ਰਭ ਜਪੀਏ। ਬਾਰੰਬਾਰ ਦਾ ਮਤਲਬ ਘੜੀ ਮੁੜੀ, ਜਪੀਏ ਦਾ ਮਤਲਬ ਉਹਦੇ ਗੁਣ ਗਾਈਏ, ਸਿਫਤ ਸਲਾਹ ਕਰੀਏ, ਰੱਬ ਦੇ ਗੁਣਾਂ ਨੂੰ ਬਾਰ-ਬਾਰ ਜਦੋਂ ਵੀ ਬੋਲੀਏ ਉਦੋਂ ਰੱਬੀ ਗੁਣਾਂ ਦੀ ਗੱਲ ਕਰੀਏ, ਜਦੋਂ ਵੀ ਸੋਚੀਏ ਉਦੋਂ ਗੁਣਾਂ ਬਾਰੇ ਸੋਚੀਏ, ਜਦੋਂ ਵੀ ਸੁਣੀਏ ਉਦੋਂ ਗੁਣਾਂ ਬਾਰੇ ਸੁਣੀਏ, ਜਦੋਂ ਵੀ ਕੁਝ ਕਰੀਏ ਉਦੋਂ ਗੁਣਾਂ ਵਾਲਾ ਕੰਮ ਕਰੀਏ। ਜੇ ਮੈਂ ਬੋਲਾਂ ਤਾਂ ਮੇਰੇ ਬੋਲ ਪੋਜ਼ਿਟਿਵ ਹੋਣ,
ਮੇਰੇ ਬੋਲ ਮਿੱਠੇ ਹੋਣ ਹਰ ਵਾਰੀ। ਇਹ ਨਹੀਂ ਕਿ ਇੱਕ ਵਾਰੀ ਮੈਂ ਮਿੱਠਾ ਬੋਲਿਆ ਠੀਕ ਹੈ, ਬਾਕੀ ਸਾਰਾ ਦਿਨ ਗਾਲਾਂ, ਐਵੇਂ ਨਹੀਂ। ਬਾਰੰਬਾਰ ਦਾ ਮਤਲਬ ਹਰ ਵਕਤ, ਬਾਰ-ਬਾਰ। ਜੇ ਮੈਂ ਇਸ ਸੰਸਾਰ ਵੱਲ ਵੇਖਾਂ ਤਾਂ ਸਭ ਮੈਂ ਜੋਤ ਜੋਤ ਤੇ ਸੋਏ। ਜਦੋਂ ਵੀ ਵੇਖਾਂ ਉਦੋਂ ਮੇਰੇ ਅੰਦਰ ਭਾਵਨਾ ਇਹ ਹੋਵੇ। ਜਦੋਂ ਵੀ ਮੈਂ ਕੋਈ ਕੰਮ ਕਰਾਂ, ਵਿਹਾਰ ਕਰਾਂ, ਬਿਹੇਵੀਅਰ, ਉਦੋਂ ਮੇਰਾ ਬਿਹੇਵੀਅਰ ਸੱਚਾ ਹੋਵੇ। ਇਹ ਨੂੰ ਕਹਿੰਦੇ ਨੇ ਬਾਰ-ਬਾਰ ਜਪਣਾ, ਜਾਣਨਾ, ਹਰ ਵਕਤ ਉਹਦੇ ਗੁਣਾਂ ਦਾ ਅਧਿਐਨ, ਗੁਣਾਂ ਨੂੰ ਜਾਣਨਾ, ਗੁਣਾਂ ਨੂੰ ਅਪਣਾਉਣਾ, ਗੁਣਾਂ ਦੇ ਧਾਰਨੀ ਹੋਣਾ। ਪੀ ਅੰਮ੍ਰਿਤ, ਇਹ ਮਨ ਤਨ ਤ੍ਰਪੀਏ। ਇਹਨੂੰ ਅੰਮ੍ਰਿਤ ਨਹੀਂ ਪੜਨਾ, ਅੰਮ੍ਰਿਤ ਮੰਮੇ ਦੇ ਨਾਲ ਲੱਗੀ ਹੋਈ ਸਿਹਾਰੀ ਰਾਰੇ ਨਾਲ ਬੁਲੇਗੀ, ਜੋ ਅੱਧਾ ਰਾਰਾ ਹੈ। ਅੰਮ੍ਰਿਤ ਰਿਤ, ਪੀ ਅੰਮ੍ਰਿਤ, ਇਹ ਮਨ ਤਨ ਤ੍ਰਪੀਏ। ਤ੍ਰਪੀਏ ਦਾ ਮਤਲਬ ਰਜਾਈਏ, ਤ੍ਰਿਪਤ ਕਰੀਏ। ਯਾਨੀ ਜਿਹੜੇ ਸਾਡੇ ਸਰੀਰਕ ਗਿਆਨ ਇੰਦਰੀ ਨੇ, ਪੀ ਅੰਮ੍ਰਿਤ, ਇਹ ਅੰਮ੍ਰਿਤ ਪੀ ਕੇ, ਯਾਨੀ ਰੱਬੀ ਜੋ ਗੁਣ ਨੇ, ਗੁਣਾਂ ਨੂੰ ਅਪਣਾ ਕੇ ਆਪਣੇ ਸਰੀਰਕ ਇੰਦਰੀਆਂ ਨੂੰ ਰਜਾ ਦਈਏ, ਤ੍ਰਿਪਤ ਕਰ ਲਈਏ। ਦੇਖੋ, ਔਗਣਾਂ ਦੇ ਨਾਲ ਕਦੇ ਵੀ ਸਾਨੂੰ ਤ੍ਰਿਪਤੀ ਨਹੀਂ ਮਿਲਦੀ। ਨਿੰਦਾ ਕਰ ਕਰਕੇ, ਚੁਗਲੀ ਕਰ ਕਰਕੇ ਜ਼ਬਾਨ ਕਦੇ ਰੱਜਦੀ ਥੋੜਾ ਹੈ, ਔਰ ਸ਼ਾਂਤੀ ਵੀ ਨਹੀਂ ਆਉਂਦੀ। ਤੁਸੀਂ ਨਿੰਦਾ ਚੁਗਲੀ ਸੁਣੀ ਜਾਓ ਕਿਸੇ ਦੀ, ਜਿੰਨੀ ਮਰਜ਼ੀ ਸੁਣੀ ਜਾਓ, ਸ਼ਾਂਤੀ ਥੋੜਾ ਆਏਗੀ। ਅੰਦਰ ਪ੍ਰੋਬਲਮਸ ਕ੍ਰੀਏਟ ਹੋਣਗੀਆਂ, ਸਗੋਂ ਸਾਡੇ ਅੰਦਰ ਵੀ ਨਿੰਦਿਆ ਦੀ ਵਾਦੀ ਆ ਜਾਏਗੀ। ਝੂਠ ਬੋਲ ਬੋਲ ਕੇ, ਮਾੜਾ ਬੋਲ ਬੋਲ ਕੇ ਕਦੇ ਤ੍ਰਿਪਤੀ ਥੋੜਾ ਹੋਣੀ ਹੈ, ਸੁੱਖ ਥੋੜਾ ਹੋਣਾ ਹੈ। ਮਾੜੇ ਕਰਮ ਕਰ ਕਰਕੇ ਸੁੱਖ ਥੋੜਾ ਹੋਣਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨੂੰ ਸੇਵੀਏ, ਭਾਵ ਗੁਣਾਂ ਨੂੰ ਯੂਜ ਕਰੀਏ ਤੇ ਆਪਣੇ ਜਿਹੜੇ ਗਿਆਨ ਇੰਦਰੀ ਨੇ ਇਹਨਾਂ ਨੂੰ ਰਜਾ ਦਈਏ। ਸੱਚ ਦੇ ਨਾਲ ਬੰਦਾ ਰੱਜੇਗਾ, ਸੰਤੋਖ ਦੇ ਨਾਲ ਬੰਦਾ ਰੱਜੇਗਾ। ਤ੍ਰਿਪਤੀ ਆਏਗੀ ਜਦੋਂ ਅੰਦਰ ਸੱਚ ਵਸ ਜਾਏਗਾ, ਜਦੋਂ ਅੰਦਰ ਗੁਣ ਵਸ ਜਾਣਗੇ, ਇਨਸਾਨੀਅਤ ਵਸ ਜਾਏਗੀ, ਨਿਰਭੈਤਾ ਨਿਰਵੈਰਤਾ ਵਸ ਜਾਏਗੀ, ਅੰਦਰ ਪ੍ਰੇਮ ਵਸ ਜਾਏਗਾ। ਉਦੋਂ ਸਾਡੇ ਇਹ ਗਿਆਨ ਇੰਦਰੀ ਤ੍ਰਿਪਤ ਹੋ ਜਾਣਗੇ, ਬੰਦਾ ਸ਼ਾਂਤ ਹੋ ਜਾਏਗਾ, ਆਪਣੇ ਜੀਵਨ ਤੋਂ ਸੈਟਿਸਫਾਈ ਹੋ ਜਾਏਗਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਇਹਦਾ ਮਤਲਬ ਜਿਸ ਨੇ। ਨਾਮ ਰਤਨ, ਰਤਨ ਇੱਥੇ ਕੀਮਤੀ ਚੀਜ਼ ਵਾਸਤੇ ਵਰਤਿਆ ਗਿਆ ਹੈ। ਨਾਮ ਰਤਨ ਦਾ ਮਤਲਬ ਕੀਮਤੀ ਨਾਮ, ਤੇ ਸਭ ਤੋਂ ਕੀਮਤੀ ਕੀ ਹੈ? ਰੱਬ ਦਾ ਹੁਕਮ। ਨਾਮ ਰਤਨ, ਜਿਨੇ ਰਤਨਾ ਵਰਗਾ ਕੀਮਤੀ ਹੁਕਮ ਪਾ ਲਿਆ, ਜਿਨ ਗੁਰਮੁਖ ਪਾਇਆ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ, ਪਾ ਲਿਆ ਦਾ ਮਤਲਬ ਲੱਭ ਲਿਆ, ਜਾਣ ਲਿਆ। ਜਿਸ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਰੱਬੀ ਨਾਮ ਨੂੰ, ਰੱਬ ਦੇ ਹੁਕਮ ਨੂੰ ਪਾ ਲਿਆ, ਭਾਵ ਰੱਬ ਦੇ ਹੁਕਮ ਬਾਰੇ ਜਾਣ ਲਿਆ, ਔਰ ਗੁਰੂ ਦੇ ਗਿਆਨ ਰਾਹੀਂ ਰੱਬੀ ਹੁਕਮ ਵਿੱਚ ਜਿਸ ਨੇ ਤੁਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਰੱਬ ਦੇ ਹੁਕਮ ਦੀ ਸਮਝ ਪੈ ਗਈ, ਤਿਸ, ਇੱਥੇ ਅਸੀਂ ਰੁਕਾਂਗੇ, ਤਿਸ ਤੇ ਵਿਸ਼ਰਾਮ ਲਾਵਾਂਗੇ। ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਦ੍ਰਿਸ਼ਟਾਇਆ ਦਾ ਮਤਲਬ ਵੇਖਿਆ, ਉਹਨੂੰ ਪ੍ਰਭੂ ਤੋਂ ਬਿਨਾ ਹੋਰ ਕੁਝ ਵੀ ਨਜ਼ਰੀ ਨਹੀਂ ਪੈਂਦਾ। ਤਿਸ, ਇੱਥੇ ਵਿਸ਼ਰਾਮ ਲਾਵਾਂਗੇ। ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਉਹਨੂੰ ਰੱਬ ਤੋਂ ਬਿਨਾ ਫਿਰ ਹੋਰ ਕੁਝ ਵੀ ਨਹੀਂ ਦਿਸਦਾ। ਕਿਹਨੂੰ? ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਨਨੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਗਿਆਨ ਰਾਹੀਂ ਰੱਬ ਦੇ ਹੁਕਮ ਦੀ ਸੂਝ ਪ੍ਰਾਪਤ ਕਰ ਲਈ, ਉਹਨੂੰ ਫਿਰ ਰੱਬ ਤੋਂ ਬਿਨਾ ਕੁਝ ਹੋਰ ਨਜ਼ਰੀ ਹੀ ਨਹੀਂ ਪੈਂਦਾ। ਉਹਨੂੰ ਚਾਰ ਚਫੇਰੇ ਰੱਬ ਹੀ ਨਜ਼ਰੀ ਪੈਂਦਾ ਹੈ, ਰੱਬ ਦਾ ਹੁਕਮ ਹੀ ਨਜ਼ਰੀ ਪੈਂਦਾ ਹੈ, ਰੱਬ ਦੇ ਗੁਣ ਹੀ ਨਜ਼ਰੀ ਪੈਂਦੇ ਨੇ। ਉਹਨੂੰ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਰੱਬੀ ਹੁਕਮ ਦੇ ਅੰਦਰ, ਲਾ ਆਫ ਨੇਚਰ ਦੇ ਅੰਦਰ, ਕੁਦਰਤ ਦੇ ਨਿਯਮਾਂ ਦੇ ਵਿੱਚ ਚੱਲ ਰਿਹਾ ਹੈ, ਹਰ ਥਾਂ ਤੇ ਇੱਕ ਹੀ ਪਸਰਿਆ ਹੋਇਆ ਹੈ। ਫਿਰ ਉਹਨੂੰ ਰੱਬ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਸਦਾ। ਦੇਖੋ ਕਿੰਨਾ ਸੌਖਾ ਸਾਧਨ ਹੈ। ਗੁਰਮੁਖ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ, ਆਪਣੀ ਸੋਚ ਗੁਰਮਤ ਅਨੁਸਾਰ ਬਣਾ ਲੈਣੀ, ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦੇਣਾ, ਔਰ ਗੁਰਬਾਣੀ ਮੁਤਾਬਕ ਆਪਣੀ ਸੋਚ ਬਣਾ ਲੈਣੀ। ਚਾਰ ਚਫੇਰੇ ਰੱਬ ਨਜ਼ਰੀ ਪਵੇਗਾ। ਨਾਮ ਧਨ ਰੰਗ, ਉਸ ਮਨੁੱਖ ਵਾਸਤੇ ਨਾਮ ਹੀ ਧਨ ਹੈ, ਤੇ ਨਾਮ ਹੀ ਉਹਦਾ ਰੂਪ ਹੈ, ਨਾਮ ਹੀ ਉਹਦੀ ਸੁੰਦਰਤਾ ਹੈ। ਯਾਨੀ ਰੱਬੀ ਹੁਕਮ ਦੇ ਵਿੱਚ ਤੁਰਨਾ ਹੀ ਉਹਦੀ ਦੌਲਤ ਹੈ। ਰੱਬ ਦੇ ਜਿਹੜੇ ਗੁਣ ਨੇ, ਇਹੀ ਉਹਦੀ ਦੌਲਤ ਹੈ, ਇਹੀ ਉਹਦੀ ਪੂੰਜੀ ਹੈ। ਆਮ ਬੰਦੇ ਦੀ ਪੂੰਜੀ ਵਿਕਾਰਾਂ ਦੀ ਹੈ, ਈਰਖਾ ਦਵੇਸ਼ ਦੀ ਹੈ, ਪਰ ਜੋ ਰੱਬ ਦਾ ਪਿਆਰਾ ਹੈ, ਉਹਦੀ ਪੂੰਜੀ ਪ੍ਰੇਮ ਦੀ ਹੈ, ਉਹਦੀ ਪੂੰਜੀ ਸੱਚ ਦੀ ਹੈ, ਦਇਆ ਦੀ ਹੈ। ਆਮ ਜੋ ਬੰਦਾ ਹੈ,
ਉਹ ਆਪਣੇ ਸਰੀਰ ਨੂੰ ਸਵਾਰਨ ਦਾ ਯਤਨ ਕਰਦਾ ਹੈ। ਤੇ ਮੇਰਾ ਕਦਾਚਿਤ ਭਾਵ ਨਹੀਂ ਕਿ ਬੰਦਾ ਸਰੀਰ ਨੂੰ ਨਾ ਸੰਵਾਰੇ, ਬੰਦਾ ਇਸ਼ਨਾਨ ਪਾਨ ਕਰੇ, ਚੰਗੇ ਸਾਫ਼ ਸੁਥਰੇ ਕੱਪੜੇ ਪਾਏ, ਇਹ ਉਹਦਾ ਹੱਕ ਵੀ, ਉਹਦਾ ਫਰਜ਼ ਵੀ ਹੈ। ਲੇਕਿਨ ਜੋ ਰੱਬ ਦਾ ਪਿਆਰਾ ਹੈ, ਉਹ ਆਪਣੀ ਮਾਨਸਿਕਤਾ ਨੂੰ ਸ਼ਿੰਗਾਰਦਾ ਹੈ। ਅਸਲੀ ਸ਼ਿੰਗਾਰ ਸਾਡਾ ਸੁਭਾਅ ਹੈ, ਅਸਲੀ ਸ਼ਿੰਗਾਰ ਸਾਡਾ ਵਿਹਾਰ ਹੈ, ਅਸਲੀ ਰੂਪ ਸਾਡੇ ਗੁਣ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭੂ ਦਾ ਹੁਕਮ, ਰੱਬ ਦੇ ਗੁਣ ਹੀ ਉਹਦੇ ਵਾਸਤੇ ਧਨ ਹੈ, ਰੱਬ ਦਾ ਗੁਣ ਹੀ ਉਹਦੇ ਵਾਸਤੇ ਰੂਪ ਹੈ, ਰੱਬ ਦੇ ਗੁਣ ਹੀ ਉਹਦੇ ਵਾਸਤੇ ਰੰਗ ਆਦਿਕ ਨੇ। ਨਾਮੋ ਸੁਖ ਹਰ ਨਾਮ ਕਾ ਸੰਗ, ਪ੍ਰਭੂ ਦੇ ਨਾਮ ਦਾ ਸੰਗ ਉਹ ਕਰਦਾ ਹੈ ਤੇ ਨਾਮ ਹੀ ਉਹਦੇ ਵਾਸਤੇ ਸੁਖ ਹੈ, ਸੁਖ ਦਾ ਸਾਧਨ ਹੈ। ਹੁਣ ਦੇਖੋ, ਸੁਖ ਦਾ ਸਾਧਨ ਕੀ ਹੈ? ਰੱਬ ਦਾ ਹੁਕਮ। ਜੇ ਅਸੀਂ ਹੁਕਮ ਵਿੱਚ ਤੁਰਾਂਗੇ ਤਾਂ ਹੀ ਸੁਖੀ ਰਹਾਂਗੇ ਨਾ। ਜੇ ਬਾਹਰ ਟੈਂਪਰੇਚਰ ਮਾਈਨਸ ਹੋਵੇ ਤੇ ਅਸੀਂ ਕਛਹਿਰਾ ਬਨੈਣ ਪਾ ਕੇ ਬਾਹਰ ਘੁੰਮੀਏ ਤਾਂ ਠੰਡ ਤਾਂ ਲੱਗੇਗੀ ਨਾ। ਸਿਸਟਮ ਹੈ ਨਾ, ਉਹਦੇ ਵਿੱਚ ਸੁੱਖ ਨਹੀਂ ਨਾ ਮਿਲਣਾ। ਤੇ ਜੇ ਅਸੀਂ ਬਾਹਰ ਜਾਣਾ ਹੈ ਤੇ ਫਿਰ ਕੱਪੜੇ ਵਗੈਰਾ ਪਾ ਕੇ ਜਾਵਾਂਗੇ ਤਾਂ ਹੀ ਸੁਖੀ ਰਵਾਂਗੇ ਨਾ, ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ। ਤੇ ਜੇ ਬਾਹਰ ਗਰਮੀ ਹੋਵੇ, 40-45 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇ, ਤੇ ਚੰਗਾ ਭਲਾ ਬੰਦਾ ਪੈਂਟ ਕੋਟ ਪਾ ਕੇ ਤੇ ਕੰਬਲ ਦੀ ਉਹਨੇ ਬੁੱਕਲ ਮਾਰੀ ਹੋਵੇ ਤੇ ਧੁੱਪੇ ਫਿਰੇ ਤੇ ਫਿਰ ਕਵੇ ਮੈਨੂੰ ਗਰਮੀ ਨਾ ਲੱਗੇ, ਮੈਂ ਸੁਖੀ ਰਹਾਂ, ਤਾਂ ਸੁਖੀ ਤਾਂ ਨਹੀਂ ਨਾ ਰਹਿਣ ਲੱਗਾ। ਸਿਸਟਮ ਹੈ ਨਾ। ਇਸ ਲਈ ਨਾਮੋ ਸੁਖ ਹਰ ਨਾਮ ਕਾ ਸੰਗ, ਜੋ ਰੱਬ ਦਾ ਪਿਆਰਾ ਹੈ ਉਹ ਰੱਬ ਦੇ ਗੁਣਾਂ ਦੀ ਸੰਗਤ ਕਰਦਾ ਹੈ, ਰੱਬ ਦੀ ਸ਼ਰਨ ਵਿੱਚ ਰਹਿੰਦਾ ਹੈ, ਔਰ ਉਹਦੇ ਵਾਸਤੇ ਰੱਬ ਦਾ ਹੁਕਮ ਹੀ ਸੁਖ ਦਾ ਸਾਧਨ ਹੈ। ਉਹਨੂੰ ਸਮਝ ਪੈ ਜਾਂਦੀ ਹੈ ਕਿ ਹੁਕਮ ਦੇ ਅੰਦਰ ਹੀ ਸੁਖ ਹੈ, ਹੁਕਮ ਨੂੰ ਤੋੜਨ ਦੇ ਨਾਲ ਬੰਦਾ ਦੁਖੀ ਹੁੰਦਾ ਹੈ। ਨਾਮ ਰਸ ਜੋ ਜਨ ਤ੍ਰਿਪਤਾਨੇ, ਨਾਮ ਦੇ ਰਸ ਵਿੱਚ, ਨਾਮ ਦੇ ਰਸ ਰਾਹੀਂ ਜਿਹੜੇ ਬੰਦੇ ਰੱਜ ਗਏ, ਤ੍ਰਿਪਤਾਨੇ ਦਾ ਮਤਲਬ ਰੱਜ ਗਏ, ਰੱਬੀ ਗੁਣਾਂ ਦੇ ਰਸ ਦੇ ਨਾਲ ਜਿਹੜੇ ਰੱਜ ਗਏ। ਹੁਣ ਦੇਖੋ, ਰੱਬੀ ਗੁਣ ਜਿਹੜੇ ਨੇ, ਇਹਨਾਂ ਦਾ ਰਸ ਕਿਹਨੂੰ ਆਏਗਾ? ਕੌਣ ਰੱਜੇਗਾ? ਜਿਹੜਾ ਇਸ ਰਸ ਨੂੰ ਮਾਣੇਗਾ ਉਹ ਰੱਜੇਗਾ ਨਾ। ਇਸ ਲਈ ਨਾਮ ਜਿਹੜਾ ਹੈ, ਰੱਬ ਦੇ ਗੁਣ ਨੇ, ਉਹਨਾਂ ਦੇ ਨਾਲ ਤ੍ਰਿਪਤ ਕੌਣ ਹੋਏਗਾ? ਜਿਹੜਾ ਇਸ ਰਸ ਨੂੰ ਮਾਣੇਗਾ। ਹੁਣ ਰਸ ਨੂੰ ਕਿਵੇਂ ਮੰਨਣਾ ਹੈ? ਪ੍ਰੇਮ ਹੈ ਨਾ। ਤੇ ਦੇਖੋ, ਪ੍ਰੇਮ ਦਾ ਰਸ ਕਿਵੇਂ ਆਏਗਾ, ਪ੍ਰੇਮ ਦਾ ਸੁੱਖ ਮੈਨੂੰ ਕਿਵੇਂ ਮਿਲੇਗਾ? ਜੇ ਮੈਂ ਤੁਹਾਡੇ ਨਾਲ ਪ੍ਰੇਮ ਕਰਾਂਗਾ ਤਾਂ ਹੀ ਹੈ ਨਾ। ਤੁਹਾਡੇ ਨਾਲ ਆਪਣੀਆਂ ਭੈਣਾਂ ਤਰ੍ਹਾਂ, ਆਪਣੇ ਭਰਾਵਾਂ ਤਰ੍ਹਾਂ ਪਿਆਰ ਕਰਾਂਗਾ, ਤੁਸੀਂ ਮੇਰੇ ਨਾਲ ਪਿਆਰ ਕਰੋਗੇ, ਅਸੀਂ ਪਿਆਰ ਦੇ ਨਾਲ ਵਰਤਾਂਗੇ, ਤਾਂ ਜਿਹੜਾ ਪਿਆਰ ਦੇ ਮਿਲਵਰਤਨ ਦਾ ਸੁੱਖ ਹੈ ਤਾਂ ਹੀ ਮਿਲੇਗਾ ਨਾ। ਅਸੀਂ ਪਿਆਰ ਨਾਲ ਵਰਤਾਂਗੇ, ਪਿਆਰ ਦਾ ਰਸ ਤਾਂ ਹੀ ਆਏਗਾ ਨਾ। ਤੇ ਜੇ ਅਸੀਂ ਪ੍ਰੇਮ ਕਰੀਏ ਹੀ ਨਾ ਇੱਕ ਦੂਜੇ ਨਾਲ, ਤੇ ਰਸ ਕਿਵੇਂ ਮਾਣਾਂਗੇ? ਸੱਚ, ਸੱਚੀ ਜ਼ਿੰਦਗੀ ਦੇ ਵਿੱਚ ਸੁੱਖ ਹੈ ਨਾ। ਸੱਚਾ ਆਚਰਣ, ਸੱਚਾ ਆਦਰਸ਼, ਸਚਿਆਰ ਹੋਣ ਵਿੱਚ ਕਿੰਨੀ ਮਹਾਨਤਾ ਹੈ। ਸੁੱਖ ਮਿਲੇਗਾ ਨਾ। ਪਰ ਸੁੱਖ ਤੇ ਸਾਨੂੰ ਤਾਂ ਮਿਲੇਗਾ ਜੇ ਅਸੀਂ ਸੱਚਾ ਵਿਹਾਰ ਕਰਾਂਗੇ, ਤੇ ਜੇ ਇੱਕ ਦੂਜੇ ਨੂੰ ਠਿੱਬੀਆਂ ਲਾਉਂਦੇ ਰਹੀਏ, ਜੇ ਅੰਦਰੇ ਅੰਦਰ ਇੱਕ ਦੂਜੇ ਨਾਲ ਈਰਖਾ ਕਰਦੇ ਰਹੀਏ, ਤਾਂ ਫਿਰ ਸੱਚ ਦਾ ਰਸ ਨਹੀਂ ਆਏਗਾ, ਸੁੱਖ ਨਹੀਂ ਮਿਲੇਗਾ। ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਹਨਾਂ ਗੁਣਾਂ ਦਾ ਰਸ ਤਾਂ ਹੀ ਆਏਗਾ ਜੇ ਅਸੀਂ ਇਹਨਾਂ ਗੁਣਾਂ ਨੂੰ ਵਰਤਾਂਗੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ, ਉਹ ਇਹਨਾਂ ਗੁਣਾਂ ਵਾਲੀ ਜ਼ਿੰਦਗੀ ਜੀਂਦੇ ਨੇ। ਤੇ ਇਹ ਗੁਣਾਂ ਵਾਲੀ ਜ਼ਿੰਦਗੀ ਜੀਣ ਦੇ ਨਾਲ ਜਿਹੜਾ ਰਸ ਆਉਂਦਾ ਹੈ, ਸੁੱਖ, ਉਹਦੇ ਨਾਲ ਉਹ ਤ੍ਰਿਪਤ ਹੁੰਦੇ ਨੇ, ਰੱਜੇ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਮਨ ਤਨ ਨਾਮਹਿ ਨਾਮ ਸਮਾਨੇ। ਨਾਮਹਿ ਨਾਮ ਦਾ ਮਤਲਬ ਨਾਮ ਦੇ ਵਿੱਚ ਹੀ, ਸਮਾਨੇ ਦਾ ਮਤਲਬ ਜੁੜੇ ਰਹਿੰਦੇ ਨੇ। ਉਹ ਮਨ ਔਰ ਤਨ ਕਰਕੇ ਰੱਬੀ ਗੁਣਾਂ ਦੇ ਵਿੱਚ ਜੁੜੇ ਰਹਿੰਦੇ ਨੇ, ਰੱਬੀ ਹੁਕਮ ਦੇ ਵਿੱਚ ਤੁਰਦੇ ਨੇ, ਮਨ ਕਰਕੇ ਵੀ, ਤਨ ਕਰਕੇ ਵੀ। ਉਹਨਾਂ ਦੀ ਜੋ ਮੈਂਟੈਲਿਟੀ ਹੈ, ਉਹਦੇ ਵਿੱਚ ਵੀ ਰੱਬੀ ਗੁਣ ਨੇ। ਉਹਨਾਂ ਦੇ ਅੰਦਰ ਸੋਚ ਵੀ ਰੱਬ ਦੇ ਹੁਕਮ ਵਿੱਚ ਤੁਰਨ ਦੀ ਹੈ, ਤੇ ਉਹਨਾਂ ਦਾ ਜੋ ਸਰੀਰਕ ਵਿਹਾਰ ਹੈ ਉਹ ਵੀ ਰੱਬੀ ਹੁਕਮ ਦੇ ਵਿੱਚ ਹੈ। ਯਾਨੀ ਸੋਚ ਅੰਦਰ ਵੀ ਇਹ ਹੈ ਕਿ ਮੈਂ ਗੁਣਾਂ ਦੇ ਧਾਰਨੀ ਹੋਣਾ, ਤੇ ਉਹਦਾ ਵਿਹਾਰ ਵੀ ਗੁਣਾਂ ਵਾਲਾ ਹੀ ਹੈ। ਮੈਂਟੈਲਿਟੀ ਵੀ ਸੱਚੀ ਹੈ, ਵਿਹਾਰ ਵੀ ਸੱਚਾ ਹੈ।
ਇਹਨੂੰ ਕਹਿੰਦੇ ਨੇ ਮਨ ਤਨ ਨਾਮੈ ਨਾਮ ਸਮਾਨੇ। ਨਾਮ ਦੇ ਵਿੱਚ ਰੱਬੀ ਗੁਣਾਂ ਦੇ ਅੰਦਰ ਉਹ ਸਮਾਏ ਰਹਿੰਦੇ ਨੇ, ਮਨ ਕਰਕੇ ਵੀ ਔਰ ਤਨ ਕਰਕੇ ਵੀ। ਯਾਨੀ ਉਹਨਾਂ ਦੀ ਸੋਚ ਵੀ ਸੱਚੀ ਗੁਣਾਂ ਵਾਲੀ ਹੁੰਦੀ ਹੈ ਔਰ ਉਹਨਾਂ ਦੇ ਸਰੀਰਕ ਕਰਮ ਵੀ ਗੁਣਾਂ ਵਾਲੇ ਹੁੰਦੇ ਨੇ। ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਸੌਂਦਿਆਂ ਉਹ ਨਾਮ ਵਿੱਚ ਹੀ ਜੁੜੇ ਨੇ, ਨਾਮ ਵਿੱਚ ਨੇ ਉਹ ਸੌਂਦੇ ਉੱਠਦੇ ਬੈਠਦੇ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਬੋਲ ਕੇ ਦੱਸੋ ਅਨਮਿਊਟ ਹੋਣ ਤੋਂ ਬਿਨਾਂ ਹੀ। ਨਾਮ ਦਾ ਮਤਲਬ ਹੁਕਮ। ਸੌਂਦਿਆਂ ਉੱਠਦਿਆਂ ਬੈਠਦਿਆਂ ਹੁਕਮ ਵਿੱਚ ਚੱਲ ਰਹੇ ਨੇ, ਸਿਸਟਮ ਵਿੱਚ ਚੱਲ ਰਹੇ ਨੇ। ਜੇ ਉਹ ਜ਼ਿੰਦਗੀ ਜੀ ਰਹੇ ਨੇ ਤਾਂ ਸਿਸਟਮ ਵਿੱਚ ਨੇ, ਬੋਲ ਰਹੇ ਨੇ ਤਾਂ ਰੱਬ ਦੀ ਰਜ਼ਾ ਵਿੱਚ ਬੋਲ ਰਹੇ ਨੇ, ਸਿਸਟਮ ਨੂੰ ਨਹੀਂ ਤੋੜ ਰਹੇ। ਸੋਚ ਰਹੇ ਨੇ ਤਾਂ ਰੱਬੀ ਸਿਸਟਮ ਦੇ ਵਿੱਚ ਨੇ, ਸੌਂ ਰਹੇ ਨੇ ਤਾਂ ਹੁਕਮ ਵਿੱਚ ਸਿਸਟਮ ਵਿੱਚ, ਜਾਗ ਰਹੇ ਨੇ ਤਾਂ ਸਿਸਟਮ ਵਿੱਚ। ਯਾਨੀ ਸਾਰੀ ਜ਼ਿੰਦਗੀ ਉਹਨਾਂ ਦੀ ਪੂਰੀ ਮੁਕੰਮਲ ਜ਼ਿੰਦਗੀ ਸਿਸਟਮ ਦੇ ਵਿੱਚ ਹੁਕਮ ਦੇ ਵਿੱਚ ਹੁੰਦੀ ਹੈ। ਤੇ ਜਿਹੜੇ ਹੁਕਮ ਦੇ ਅੰਦਰ ਚੱਲਦੇ ਨੇ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਰੱਬੀ ਰਜ਼ਾ ਨੂੰ ਫੋਲੋ ਕਰਦੇ ਨੇ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਮੁਤਾਬਕ ਜ਼ਿੰਦਗੀ ਜੀਂਦੇ ਨੇ। ਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਜਨ ਕੈ ਸਦ ਕਾਮ। ਕਾਮ ਦਾ ਮਤਲਬ ਕੰਮ, ਸਦ ਦਾ ਮਤਲਬ ਸਦਾ, ਜਨ ਕੈ ਦਾ ਮਤਲਬ ਸੇਵਕ ਦੇ ਹਿਰਦੇ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ। ਸਦ ਕਾਮ ਦਾ ਮਤਲਬ ਸਦਾ ਦਾ ਕੰਮ, ਸਦਾ ਦਾ ਉਦਮ, ਸਦਾ ਦਾ ਆਰ। ਹੁਣ ਦੇਖੋ ਕਿੰਨੇ ਆਹਰ ਬੰਦਾ ਕਰਦਾ ਹੈ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੁਝੈ ਕੋਈ। ਕਿੰਨੇ ਉਦਮ ਅਸੀਂ ਕਰਦੇ ਹਾਂ, ਹਰ ਕਿਸਮ ਦਾ ਉਦਮ ਕਰਦੇ ਹਾਂ। ਰਾਜਨੀਤੀ ਵਿੱਚ ਅਸੀਂ ਜੇ ਵਿਚਰਨਾ ਹੈ ਉਹਦੇ ਲਈ ਉਦਮ ਕਰਨੇ ਆ, ਸਮਾਜਿਕ ਜ਼ਿੰਦਗੀ ਦਾ ਉਦਮ ਕਰਦੇ ਹਾਂ, ਅਸੀਂ ਸਰੀਰਕ ਜ਼ਿੰਦਗੀ ਲਈ ਉਦਮ ਕਰਦੇ ਹਾਂ, ਪਰਿਵਾਰਕ ਵਾਸਤੇ ਪੈਸਾ ਕਮਾਉਣ ਲਈ ਕਿੰਨੇ ਸਾਰੇ ਉਦਮ ਬੰਦਾ ਕਰਦਾ ਹੈ ਔਰ ਕਰਨੇ ਚਾਹੀਦੇ ਨੇ। ਲੇਕਿਨ ਗੁਰੂ ਜੀ ਕਹਿੰਦੇ ਨੇ ਜਿਹੜੇ ਉਦਮ ਕਰਕੇ ਜਗਤ ਦਾ ਉਧਾਰ ਹੋਣਾ ਹੈ, ਉਹ ਉਦਮ ਕੋਈ ਵਿਰਲਾ ਕਰਦਾ ਹੈ। ਹੁਕਮ ਵਿੱਚ ਤੁਰਨਾ, ਸੱਚੀ ਜ਼ਿੰਦਗੀ ਜੀਣੀ, ਅੰਦਰੋਂ ਬਾਹਰੋਂ ਇੱਕ ਹੋਣਾ, ਇਹ ਉਦਮ ਕੋਈ ਵਿਰਲਾ ਕਰਦਾ ਹੈ। ਤਾਂ ਕਹੋ ਨਾਨਕ ਜਨ ਕੈ ਸਦ ਕਾਮ। ਸਦ ਕਾਮ ਦਾ ਮਤਲਬ ਸਦਾ ਦਾ ਕੰਮ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਇਹ ਆਹਰ ਸਦਾ ਵਾਸਤੇ ਹੁੰਦਾ ਹੈ। ਕਿਹੜਾ? ਉਠਤ ਬੈਠਤ ਸੋਵਤ ਨਾਮ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਵਿਚਰਦਿਆਂ ਉਹ ਰੱਬੀ ਹੁਕਮ ਦੇ ਵਿੱਚ ਜ਼ਿੰਦਗੀ ਜੀਂਦੇ ਨੇ। ਇੱਕ ਪਲ ਵਾਸਤੇ ਵੀ ਉਹ ਰੱਬੀ ਗੁਣਾਂ ਤੋਂ ਦੂਰ ਨਹੀਂ ਹੁੰਦੇ। ਇਸ ਲਈ ਗੁਰਦੇਵ ਸਾਨੂੰ ਕਹਿੰਦੇ ਨੇ ਬੋਲੋ ਬੋਲੋ ਜਸ ਜਿਹਬਾ, ਇੱਥੇ ਵਿਸ਼ਰਾਮ ਲਾਵਾਂਗੇ। ਬੋਲੋ ਜਸ ਜਿਹਬਾ ਦਿਨ ਰਾਤ। ਕਹੇ ਭਾਈ ਦਿਨ ਰਾਤ ਜ਼ਬਾਨ ਦੇ ਨਾਲ ਰੱਬ ਦੀ ਸਿਫਤ ਸਲਾਹ ਕਰੋ। ਦੇਖੋ ਕਿੰਨਾ ਸਿੰਪਲ ਸੌਖਾ ਕੰਮ ਦੱਸ ਰਹੇ ਨੇ। ਅਸੀਂ ਬੋਲਣਾ ਤੇ ਹੈ ਹੀ ਹੈ, ਮੈਂ ਤੁਹਾਡੇ ਨਾਲ, ਤੁਸੀਂ ਮੇਰੇ ਨਾਲ, ਧੀਆਂ ਪੁੱਤਰਾਂ ਨਾਲ, ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ, ਸਮਾਜ ਨਾਲ, ਦੁਨੀਆ ਨਾਲ ਬੋਲਣਾ ਤੇ ਅਸੀਂ ਹੈ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਫਿਰ ਸਿਫਤ ਸਲਾਹ ਦੀ ਬੋਲੀ ਬੋਲ ਲੋ, ਪਿਆਰ ਵਾਲੇ ਬੋਲ ਬੋਲ ਲੋ, ਸੱਚੇ ਬੋਲ ਲੋ, ਪੋਜ਼ਿਟਿਵ ਬੋਲ ਬੋਲੋ। ਬੋਲਣਾ ਹੀ ਹੈ ਤਾਂ ਚੰਗੇ ਬੋਲ ਬੋਲ ਲੋ। ਕਿਉਂ ਹੰਕਾਰ ਭਰੇ ਬੋਲ ਬੋਲਦੇ ਫਿਰਦੇ ਹੋ? ਕਿਉਂ ਖਿਜੇ ਫਿਰਦੇ ਹੋ? ਕਿਉਂ ਮੱਥੇ ਤੇ ਤਿਉੜੀਆਂ ਪਾਏ ਫਿਰਦੇ ਹੋ? ਕਿਉਂ ਹੰਕਾਰ ਭਰੇ ਬੋਲ, ਕਿਉਂ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਫਿਰਦੇ ਹੋ? ਚੰਗੇ ਬੋਲ ਬੋਲ ਲੋ, ਰੱਬ ਦੇ ਗੁਣਾਂ ਦੇ ਬੋਲ ਬੋਲ ਲੋ। ਪ੍ਰਭ ਆਪਣੇ ਜਨ, ਇੱਥੇ ਵਿਸਰਾਮ ਲਾਵਾਂਗੇ। ਕੀਨੀ ਦਾਤ, ਪ੍ਰਭੂ ਨੇ ਆਪਣੇ ਸੇਵਕ ਨੂੰ ਇਹ ਦਾਤ ਦਿੱਤੀ ਹੈ। ਪ੍ਰਭੂ ਦੇ ਸੇਵਕ ਕੋਲੇ ਦਾਤ ਹੈ ਕਿਹੜੀ? ਸ਼ੁਭ ਬੋਲਣ ਦੀ। ਦੇਖੋ ਇੱਥੇ ਸਾਨੂੰ ਕੋਈ ਨਹੀਂ ਕਿਹਾ ਜਾ ਰਿਹਾ ਵੀ ਤੁਸੀਂ ਸਮਾਧੀ ਲਾਓ, ਤੁਸੀਂ ਮਾਲਾ ਫੇਰੋ, ਪਹਾੜਾਂ ਤੇ ਚੜੋ, ਗੁਫਾਵਾਂ ਵਿੱਚ ਵੜੋ, ਭੋਰਿਆਂ ਵਿੱਚ ਵੜੋ, ਬਾਬਿਆਂ ਨੂੰ ਪਰੌਂਠੇ ਬਣਾ ਕੇ ਖਵਾਓ, ਵਰਤਨ ਰਾਤੇ ਰੱਖੋ। ਕੁਛ ਵੀ ਨਹੀਂ, ਸਿੰਪਲ ਗੱਲ ਦੱਸਦੇ ਨੇ ਪਏ ਕਿ ਜ਼ਬਾਨ ਦੇ ਨਾਲ ਚੰਗਾ ਬੋਲ ਲਓ। ਇਹ ਦਾਤ ਜਿਹੜੀ ਰੱਬ ਨੇ ਦਿੱਤੀ ਤੇ ਇਸ ਦਾਤ ਨੂੰ ਅਪਣਾ ਲਓ। ਰੱਬ ਦੇ ਸੇਵਕਾਂ ਕੋਲੇ ਦਾਤ ਹੈ, ਉਹ ਜ਼ਬਾਨ ਨਾਲ ਚੰਗਾ ਬੋਲਦੇ ਨੇ, ਗੁਣਾਂ ਦੀ ਗੱਲ ਕਰਦੇ ਨੇ। ਕਰਹਿ ਭਗਤ ਆਤਮ ਕੈ ਚਾਏ। ਆਤਮ ਕੈ ਚਾਏ ਦਾ ਮਤਲਬ ਸ਼ੌਕ ਨਾਲ, ਖੁਸ਼ੀ ਨਾਲ, ਦਿਲੀ ਉਤਸ਼ਾਹ ਦੇ ਨਾਲ। ਜਿਹੜੇ ਰੱਬ ਦੇ ਸੇਵਕ ਨੇ ਉਹ ਰੱਬ ਦੀ ਭਗਤੀ ਚਾਹ ਦੇ ਨਾਲ ਕਰਦੇ ਨੇ, ਦਿਲੀ ਚਾਹ ਨਾਲ।
ਹੁਣ ਭਗਤੀ ਨੂੰ ਆਪ ਸਮਝ ਚੁੱਕੇ ਹੋ ਨਾ, ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ, ਭਗਤੀ ਦਾ ਮਤਲਬ ਸਮਾਧੀਆਂ ਲਾਣੀਆਂ ਨਹੀਂ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ ਨਹੀਂ, ਇਹ ਭਗਤੀ ਨਹੀਂ ਹੈ। ਜੰਗਲਾਂ ਵਿੱਚ ਜਾਣਾ ਭਗਤੀ ਨਹੀਂ, ਭੋਰਿਆਂ ਵਿੱਚ ਵੜਨਾ ਭਗਤੀ ਨਹੀਂ, ਪਹਾੜਾਂ ਤੇ ਚੜਨਾ ਭਗਤੀ ਨਹੀਂ। ਰੱਬ ਦੀ ਭਗਤੀ ਕੀ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੀ ਰੱਬ ਦੀ ਭਗਤੀ ਹੈ। ਤੇ ਗੁਰੂ ਜੀ ਕਹਿੰਦੇ ਨੇ ਜੋ ਰੱਬ ਦੇ ਪਿਆਰੇ ਨੇ ਉਹ ਦਿਲੀ ਚਾਹ ਦੇ ਨਾਲ ਇਹਨਾਂ ਗੁਣਾਂ ਨੂੰ ਅਪਣਾਉਂਦੇ ਨੇ, ਦਿਲੀ ਪਿਆਰ ਦੇ ਨਾਲ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ। ਪ੍ਰਭ ਆਪਣੇ ਸਿਉ ਰਹਿ ਸਮਾਏ, ਇਹਨੂੰ ਰਹਿ ਹੈ ਨਹੀਂ ਪੜਨਾ, ਰਹਿ ਬਹੁਵਚਨ ਹੈ, ਰਹਿ ਪ੍ਰਭ ਆਪਣੇ ਸਿਉ ਰਹਿ ਸਮਾਏ, ਉਹ ਆਪਣੇ ਰੱਬ ਦੇ ਨਾਲ ਜੁੜੇ ਰਹਿੰਦੇ ਨੇ, ਸਮਾਏ ਰਹਿੰਦੇ ਨੇ, ਉਹਦੇ ਵਿੱਚ ਹੀ ਲੀਨ ਰਹਿੰਦੇ ਨੇ। ਦੋ ਚੀਜ਼ਾਂ ਨੇ, ਦੇਖੋ ਜੁੜਨਾ ਤੇ ਅਸੀਂ ਕਿਤੇ ਹੈ ਹੀ ਹੈ, ਨਾ ਵੀ ਚਾਹੋ ਤਾਂ ਵੀ ਅਸੀਂ ਜੁੜਾਂਗੇ, ਜਾਂ ਤੇ ਅਸੀਂ ਝੂਠ ਨਾਲ ਜੁੜਾਂਗੇ ਜਾਂ ਅਸੀਂ ਸੱਚ ਨਾਲ ਜੁੜਾਂਗੇ, ਜਾਂ ਸਾਡੇ ਅੰਦਰ ਸਾਡੀ ਸੁਰਤ ਪ੍ਰੇਮ ਨਾਲ ਜੁੜੇਗੀ ਜਾਂ ਈਰਖਾ ਨਾਲ ਜੁੜੇਗੀ, ਕਿਤੇ ਤੇ ਜੁੜੇਗੀ ਨਾ, ਜਾਂ ਦਇਆ ਨਾਲ ਜਾਂ ਕੁਦਇਆ ਨਾਲ, ਕਿਉਂਕਿ ਰਹਿਣਾ ਤੇ ਇਸ ਦੁਨੀਆ 'ਚ ਪੈਣਾ ਹੀ ਹੈ ਨਾ। ਹੁਣ ਸਮਾਣਾ ਹੈ, ਤੁਸੀਂ ਸੱਚ ਵਿੱਚ ਸਮਾ ਜਾਓ ਜਾਂ ਝੂਠ ਵਿੱਚ, ਈਰਖਾ ਦਵੈਸ਼ ਵਿੱਚ ਸਮਾ ਜਾਓ ਜਾਂ ਪ੍ਰੇਮ ਦੇ ਵਿੱਚ। ਜੇ ਪਰਿਵਾਰ ਦੇ ਵਿੱਚ ਨੂੰਹ ਸੱਸ ਹੋ ਜਾਂ ਪਿਓ ਪੁੱਤਰ ਹੋ ਜਾਂ ਜੋ ਵੀ ਨੇ, ਭਾਵੇਂ ਪਿਆਰ ਦੇ ਨਾਲ ਰਹੋ ਤੇ ਭਾਵੇਂ ਇੱਕ ਦੂਜੇ ਦੀਆਂ ਲਿੰਬਾਂ ਪੁੱਟੋ, ਇਹ ਤੁਹਾਡੀ ਮਰਜ਼ੀ ਹੈ ਨਾ, ਸਾਡੀ ਆਪਣੀ ਮਰਜ਼ੀ ਹੈ ਨਾ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕਿਹਦੇ ਵਿੱਚ ਅਸੀਂ ਸਮਾਣਾ ਹੈ। ਰੱਬ ਦੇ ਜਿਹੜੇ ਪਿਆਰੇ ਨੇ ਉਹ ਰੱਬ ਦੇ ਵਿੱਚ ਹੀ ਸਮਾਏ ਰਹਿੰਦੇ ਨੇ, ਗੁਣਾਂ ਦੇ ਵਿੱਚ ਹੀ। ਚੰਗਾ ਵੇਖਦੇ ਨੇ, ਚੰਗਾ ਬੋਲਦੇ ਨੇ, ਚੰਗਾ ਸੁਣਦੇ ਨੇ, ਚੰਗਾ ਕਰਦੇ ਨੇ। ਦੇਖੋ ਕਿੰਨਾ ਸੌਖਾ ਰਾਸਤਾ ਹੈ। ਜੋ ਹੋਵਾ ਹੋਵਤ ਸੋ ਜਾਣੈ, ਜੋ ਰੱਬ ਵੱਲੋਂ ਹੁੰਦਾ ਹੈ, ਜੋ ਹੋਆ ਦਾ ਮਤਲਬ ਜੋ ਕੁਝ ਹੋਇਆ ਹੈ, ਹੋਵਤ ਸੋ ਜਾਣੈ, ਉਹਨੂੰ ਹੁੰਦਾ ਹੋਇਆ ਜਾਣ ਲੈਂਦੇ ਨੇ। ਪ੍ਰਭ ਆਪਣੇ ਕਾ ਹੁਕਮ ਪਛਾਨੈ, ਉਹ ਆਪਣੇ ਰੱਬ ਦੇ ਹੁਕਮ ਨੂੰ ਪਛਾਣ ਲੈਂਦੇ ਨੇ, ਰੱਬ ਦਾ ਹੁਕਮ ਪਛਾਣਦੇ ਨੇ, ਤੇ ਜੋ ਕੁਝ ਹੋ ਰਿਹਾ ਹੈ ਉਹਨੂੰ ਰਜ਼ਾ ਦੇ ਅੰਦਰ ਹੋਇਆ ਹੋਇਆ ਸਮਝਦੇ ਨੇ, ਯਾਨੀ ਰੱਬ ਦੇ ਹੁਕਮ ਨੂੰ ਸਮਝਦੇ ਨੇ। ਉਹਨਾਂ ਨੂੰ ਇਹ ਸਮਝ ਹੁੰਦੀ ਹੈ ਕਿ ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੇ ਬਰਸਾਤ ਪੈਣ ਲੱਗ ਗਈ ਹੈ ਨਾ, ਤਾਂ ਉਹਨਾਂ ਨੂੰ ਪਤਾ ਹੈ ਸਿਸਟਮ ਦੇ ਅੰਦਰ ਬਰਸਾਤ ਪੈਣੀ ਹੈ, ਉਹ ਇਹਨੂੰ ਸਿਸਟਮ ਸਮਝਦੇ ਨੇ ਤੇ ਬਰਸਾਤ ਪੈਂਦੀ ਵਿੱਚ ਖੁਸ਼ ਹੁੰਦੇ ਨੇ, ਕ੍ਰਿਜਦੇ ਨਹੀਂ। ਉਹਨਾਂ ਨੂੰ ਪਤਾ ਹੈ ਕਿ ਹੁਣ ਬਰਸਾਤ ਪੈ ਰਹੀ ਹੈ ਤੇ ਹੁਣ ਬਾਹਰ ਨਹੀਂ ਜਾਇਆ ਜਾਣਾ ਤਾਂ ਨਹੀਂ ਜਾਇਆ ਜਾਣਾ। ਉਹ ਸੜਦੇ ਨਹੀਂ, ਕ੍ਰਿਜਦੇ ਨਹੀਂ, ਉਹ ਹੁਣ ਕੋਸ ਨਹੀਂ ਰਹੇ ਮੌਸਮ ਨੂੰ, ਆਪ ਉਹਦੇ ਮੁਤਾਬਕ ਐਡਜਸਟ ਹੋ ਰਹੇ ਨੇ। ਜੇ ਗਰਮੀ ਆਈ ਹੈ ਤਾਂ ਹੁਣ ਸੜ ਭੁੱਜ ਨਹੀਂ ਰਹੇ, ਉਹਨਾਂ ਨੂੰ ਪਤਾ ਹੈ ਗਰਮੀ ਸਿਸਟਮ ਦੇ ਵਿੱਚ ਆਉਣੀ ਹੈ ਤੇ ਆਉਣੀ ਹੈ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਜੇ ਮੌਸਮ ਨਾ ਬਦਲਣ ਤਾਂ ਜਿਹੜੇ ਆ ਫਲ ਫੁੱਲ ਅਨਾਜ ਵਗੈਰਾ ਕੁਝ ਵੀ ਨਹੀਂ ਹੋ ਸਕਦਾ। ਇਹ ਜ਼ਰੂਰੀ ਨੇ ਚੀਜ਼ਾਂ, ਜੇ ਦਿਨ ਰਾਤ ਨਾ ਹੋਣ ਤਾਂ ਜ਼ਿੰਦਗੀ ਚੱਲ ਨਹੀਂ ਸਕਦੀ। ਉਹਨਾਂ ਨੂੰ ਸਮਝ ਹੈ ਕਿ ਜਿਹੜੀ ਚੀਜ਼ ਮੌਸਮ ਮੁਤਾਬਕ ਬੀਜਾਂਗੇ ਉਹ ਹੀ ਪੈਦਾ ਹੋਏਗੀ। ਇਸ ਲਈ ਉਹ ਰੱਬ ਦੇ ਹੁਕਮ ਨੂੰ ਸਮਝਦੇ ਨੇ ਔਰ ਸਮਝਦੇ ਨੇ ਕਿ ਇਹਨੇ ਐਵੇਂ ਹੀ ਹੋਣਾ ਹੈ, ਸਿਸਟਮ ਤੋਂ ਉਲਟ ਕੁਝ ਨਹੀਂ ਹੋ ਸਕਦਾ। ਇਸ ਲਈ ਉਹ ਸਿਸਟਮ ਤੋਂ ਉਲਟ ਕੁਝ ਵੀ ਨਹੀਂ ਕਰਦੇ, ਸਗੋਂ ਸਿਸਟਮ ਨੂੰ ਸਮਝ ਕੇ ਰੱਬੀ ਸਿਸਟਮ ਦੇ ਅੰਦਰ ਰਹਿ ਕੇ ਸਫਲਤਾ ਹਾਸਲ ਕਰਦੇ ਨੇ। ਇਸ ਕੀ ਮਹਿਮਾ ਕੌਣ ਬਖਾਨੋ। ਹੁਣ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਸੇਵਕ ਦੀ ਮਹਿਮਾ ਕਿਵੇਂ ਕਰ ਸਕਦੇ ਆ, ਮੈਂ ਕੀ ਦੱਸਾਂ। ਇਹੋ ਜਿਹੇ ਸੇਵਕ ਦੀ ਜਿਹੜਾ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਹੈ, ਉਹਦੀ ਮਹਿਮਾ ਮੈਂ ਕੀ ਬਿਆਨ ਕਰਾਂ। ਇਸ ਕਾ ਗੁਣ ਕਹਿ ਏਕ ਨਾ ਜਾਣੋ, ਉਹਦਾ ਮੈਂ ਇੱਕ ਵੀ ਗੁਣ ਬਿਆਨ ਨਹੀਂ ਕਰ ਸਕਦਾ, ਭਾਵ ਉਹਦਾ ਅੰਤ ਨਹੀਂ ਪਾ ਸਕਦਾ। ਕੱਲੇ ਕੱਲੇ ਗੁਣ ਦਾ, ਕੱਲੇ ਕੱਲੇ ਬੋਲ ਦਾ ਵੀ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਦਾ ਹਰ ਬੋਲ, ਉਹਦਾ ਹਰ ਕਰਮ ਰੱਬੀ ਰਜ਼ਾ ਦੇ ਅੰਦਰ ਹੈ। ਆਠ ਪਹਿਰ ਪ੍ਰਭ ਬਸੇ ਹਜ਼ੂਰੇ, ਜੋ ਰੱਬ ਦੇ ਸੇਵਕ ਨੇ ਅੱਠੇ ਪਹਿਰ ਰੱਬ ਦੀ ਹਜ਼ੂਰੀ ਵਿੱਚ ਵਸਦੇ ਨੇ, ਯਾਨੀ ਉਹ ਰੱਬ ਨੂੰ ਅੰਗ ਸੰਗ ਜਾਣਦੇ ਨੇ। ਅੰਗ ਸੰਗ ਦੀ ਆਪਾਂ ਪਹਿਲਾਂ ਵਿਆਖਿਆ ਕਰ ਹੀ ਚੁੱਕੇ ਹਾਂ ਨਾ, ਅੰਗ ਅੱਖ ਅੰਗ ਹੈ, ਰੱਬ ਇਹਦੇ ਸੰਗ ਹੈ। ਤੇ ਜਦੋਂ ਮੇਰੀ ਅੱਖ ਦੇ ਸੰਗ ਰੱਬ ਹੋਏਗਾ ਤਾਂ ਮੈਂ ਕਿਸੇ ਬੇਗਾਨੀ ਔਰਤ ਵੱਲ ਮਾੜਾ ਨਹੀਂ ਤੱਕਾਂਗਾ, ਮੈਂ ਕਿਸੇ ਨੂੰ ਈਰਖਾ ਨਾਲ ਨਹੀਂ ਤੱਕਾਂਗਾ। ਜਦੋਂ ਕੰਨਾਂ ਦੇ ਨਾਲ ਸੰਗ ਰੱਬ ਹੋਏਗਾ ਮੈਂ ਚੰਗਾ ਸੁਣਾਂਗਾ। ਤਾਂ ਇਸ ਤਰ੍ਹਾਂ ਉਹ ਰੱਬੀ ਹੁਕਮ ਵਿੱਚ ਵਸਦੇ ਨੇ। ਕਹੋ ਨਾਨਕ ਸਹੀ ਜਨ ਪੂਰੇ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਇਨਸਾਨ ਪੂਰਨ ਪੁਰਸ਼ ਨੇ। ਇਹੋ ਜਿਹੇ ਇਨਸਾਨ ਪੂਰੇ ਨੇ, ਅਧੂਰੇ ਨਹੀਂ ਹਨ। ਹੁਣ ਸਾਨੂੰ ਸਿੱਖਿਆ ਦੇ ਰਹੇ ਨੇ ਸਾਨੂੰ ਕੀ ਕਰਨਾ ਚਾਹੀਦਾ ਹੈ। ਮਨ ਮੇਰੇ ਤਿੰਨ ਕੀ ਓਟ ਲਹੇ, ਕਿ ਹੇ ਮੇਰੇ ਮਨ ਤੂੰ ਹੀ ਇਹੋ ਜਿਹੇ ਬੰਦਿਆਂ ਦਾ ਆਸਰਾ ਲੈ, ਭਾਵ ਇਹੋ ਜਿਹੇ ਲੋਕਾਂ ਦੀ ਸੰਗਤ ਕਰ।
ਅਵਰਤ ਨਰਾਤੇ ਸਰਾਧ ਤੇ ਜਿੰਨੇ ਵੀ ਆ ਤੀਰਥ ਯਾਤਰਾ ਤੇ ਬਾਬੇ ਸ਼ਾਬੇ ਨੇ ਤਿਆਗ ਤਿਉਗ ਕਰਨ ਵਾਲੇ, ਇਹਨਾਂ ਦੀ ਸੰਗਤ ਨਾ ਕਰ। ਰੱਬ ਦੀ ਰਜ਼ਾ ਵਿੱਚ ਜੋ ਤੁਰਨ ਵਾਲੇ ਨੇ ਉਹਨਾਂ ਦਾ ਆਸਰਾ ਲੈ, ਉਹਨਾਂ ਦੇ ਨਾਲ ਮਿਲ ਕੇ ਚੱਲ, ਤੈਨੂੰ ਵੀ ਸਮਝ ਆਏਗੀ, ਤੇਰੀ ਵੀ ਜ਼ਿੰਦਗੀ ਬਦਲ ਜਾਏਗੀ। ਜੇ ਜੋਤਸ਼ੀਆਂ ਦਾ ਆਸਰਾ ਲਏਗਾ ਤੇ ਖੁੰਝ ਜਾਏਗਾ, ਬਾਬਿਆਂ ਦਾ ਆਸਰਾ ਲਏਗਾ, ਉਹਨਾਂ ਦਾ ਆਪਣਾ ਘਰ ਨਹੀਂ ਵਸਿਆ, ਤੇਰਾ ਨਹੀਂ ਵਸਣਾ। यानी जैसे बंदे का आसरा लेगा वैसे ही बनेगा ना। मन मेरे तिन की ओट लहे, मन तन अपना तिन जन दे, अपना तन मन उन्हां तो कुर्बान कर। किन्ना तो? जिन जन अपना प्रभु पछाता, जिस मनुख ने अपने प्रभु ਨੂੰ ਪਛਾਣ ਲਿਆ, ਸਾਰਿਆਂ ਦੇ ਵਿੱਚ ਵਸਦਾ ਜਿਨੇ ਪਛਾਣਿਆ ਹੈ ਕਿ ਰੱਬ ਸਭ ਦੇ ਵਿੱਚ ਵਸ ਰਿਹਾ ਹੈ। जिन्हें पहचान लिया है कि ये विश्व संसार तुम देख दे ये हर का रूप है, जिन्हें पहचान लिया है कि मन तू जोत स्वरूप है, जिन्हें पहचान लिया है सब में जोत जोत है सोए। जिन जन अपना प्रभु पछाता, जिसने अपने प्रभु की पछान कर ली, सो जन सर्ब थोक का दाता। थोक का मतलब पदार्थ, वो हर शै देण दे समर्थ हो जाता है, हर सुख देण दे वो समर्थ है, क्योंकि ਉਹਦੇ ਕੋਲ ਗਿਆਨ ਹੈ, ਉਹਦੇ ਕੋਲ ਤਜਰਬਾ ਹੈ, ਉਹਦੇ ਕੋਲ ਗੁਣ ਨੇ, ਰੱਬੀ ਰਜ਼ਾ ਦੇ ਵਿੱਚ ਤੁਰ ਰਿਹਾ ਹੈ। ਉਹ ਸਾਨੂੰ ਵੀ ਇਹ ਚੀਜ਼ਾਂ ਦੇ ਸਕਦਾ ਹੈ, ਭਾਵ ਸਮਝਾ ਸਕਦਾ ਹੈ। ਤਿਸ ਕੀ ਸਰਨ ਸਰਬ ਸੁਖ ਪਾਵੇਂ। ਜੇ ਇਹੋ ਜਿਹੇ ਪ੍ਰਾਣੀਆਂ ਦੀ ਸੰਗਤ ਕਰੇਗਾ ਤਾਂ ਤੂੰ ਸਾਰੇ ਸੁਖ ਪਾ ਲਵੇਂਗਾ। ਜਿਹੜੇ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਵਾਲੇ ਨੇ, ਜੇ ਐਸਿਆਂ ਦੀ ਸੰਗਤ ਕਰੇਗਾ ਤਾਂ ਸਾਰੇ ਸੁਖ ਪਾਏਗਾ। ਤਿਸਕੇ ਦਰਸ ਸਭ ਪਾਪ ਮਿਟਾਵੇ ਹੈ। ਇਹੋ ਜਿਹੇ ਦੇ ਦਰਸ਼ਨ ਕਰਕੇ ਸਾਰੇ ਪਾਪ ਦੂਰ ਕਰ ਲਵੇਂਗਾ। ਦਰਸ਼ਨ ਦਾ ਮਤਲਬ ਵਿਚਾਰਧਾਰਾ ਲੈ ਕੇ, ਦਰਸ਼ਨ ਦਾ ਮਤਲਬ ਫਿਲਾਸਫੀ ਹੁੰਦਾ ਹੈ। ਇਹੋ ਜਿਹੇ ਲੋਕਾਂ ਨਾਲ ਮਿਲ ਕੇ, ਇਹੋ ਜਿਹੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ, ਐਸੇ ਲੋਕਾਂ ਦੀ ਸੰਗਤ ਕਰਕੇ ਸਾਰੇ ਪਾਪ ਮਿਟਾ ਲਵੇਂਗਾ। ਇਟ ਮੀਨਸ ਕਿ ਸਾਡੇ ਪਾਪ ਮਿਟ ਸਕਦੇ ਨੇ, ਅਸੀਂ ਨੈਗੇਟਿਵ ਤੋਂ ਪੋਜ਼ਿਟਿਵ ਹੋ ਸਕਦੇ ਹਾਂ ਜੇ ਅਸੀਂ ਪੋਜ਼ਿਟਿਵ ਸੋਚਣ ਵਾਲਿਆਂ ਦੀ ਸੰਗਤ ਕਰੀਏ, ਜੇ ਅਸੀਂ ਗੁਣਾਂ ਵਾਲੇ ਇਨਸਾਨਾਂ ਦੀ ਸੰਗਤ ਕਰੀਏ, ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਵਾਲੇ ਇਨਸਾਨਾਂ ਦੀ ਸੰਗਤ ਕਰੀਏ, ਉਹਨਾਂ ਰਾਹਾਂ ਤੇ ਚੱਲੀਏ ਤੇ ਸਾਡੇ ਵੀ ਪਾਪ ਖਤਮ ਹੋ ਸਕਦੇ ਨੇ, ਨੈਗੇਟਿਵਿਟੀ ਮੁੱਕ ਸਕਦੀ ਹੈ, ਸੰਭਾਵਨਾ ਹੈ। ਅਵਰ ਸਿਆਣਪ ਸਗਲੀ ਛਾੜ। ਇੱਥੇ ਸਿਆਣਪ ਦਾ ਮਤਲਬ ਅਕਲ ਨਹੀਂ ਹੈ, ਇੱਥੇ ਸਿਆਣਪ ਦਾ ਮਤਲਬ ਹੈ ਚਤੁਰਾਈ। ਹੋਰ ਸਾਰੀਆਂ ਚਤੁਰਾਈਆਂ ਛੱਡ ਦੇ ਕਿ ਮੈਂ ਤੀਰਥਾਂ ਤੇ ਨਾ ਆਇਆ ਤੇ ਬੜੀ ਚਤੁਰਾਈ ਕਰ ਰਿਹਾ ਹੈ, ਤਾਂ ਇਹ ਚਤੁਰਾਈਆਂ ਨਾਲ ਕੁਝ ਨਹੀਂ ਹੋਣਾ। ਅੰਦਰੋਂ ਬਾਹਰੋਂ ਇੱਕ ਹੋਣਾ ਪੈਣਾ ਹੈ, ਸੱਚ ਦੇ ਨਾਲ ਜੁੜਨਾ ਪਵੇਗਾ। ਬਾਹਰੋਂ ਤੂੰ ਪਾਠ ਕਰੀ ਜਾਏ ਤੇ ਅੰਦਰੋਂ ਲੋਕਾਂ ਦੇ ਜੜ੍ਹਾਂ ਵਿੱਚ ਦਾਤਰੀਆਂ ਫੇਰੀ ਜਾਏ, ਐਵੇਂ ਕੁਝ ਨਹੀਂ ਹੋਣ ਵਾਲਾ। ਚਲਾਕੀਆਂ ਛੱਡ, ਅੰਦਰੋਂ ਬਾਹਰੋਂ ਇੱਕ ਹੋ। ਤਿਸ ਜਨ ਕੀ ਤੂੰ ਸੇਵਾ ਲਾਗ। ਉਸ ਰੱਬ ਦੇ ਪਿਆਰੇ ਦੀ ਸੇਵਾ ਕਰ, ਸੰਗਤ ਕਰ, ਚਤੁਰਾਈਆਂ ਛੱਡ ਕੇ। ਇਹ ਨਹੀਂ ਕਿ ਜਿਵੇਂ ਅਸੀਂ ਚਤੁਰਾਈਆਂ ਵਾਲੀ ਜ਼ਿੰਦਗੀ ਸਾਡੀ ਹੁੰਦੀ ਹੈ, ਉੱਤੋਂ ਅਸੀਂ ਭੈਣ ਭਰਾ ਰਿਸ਼ਤੇਦਾਰ ਬਣਦੇ ਹਾਂ, ਲੇਕਿਨ ਸਾਡੇ ਅੰਦਰ ਚਤੁਰਾਈਆਂ ਹੁੰਦੀਆਂ ਨੇ, ਠਿੱਬੀਆਂ ਲਾਣੀਆਂ ਜਾਂ ਚਲਾਕੀਆਂ ਕਰਨੀਆਂ। ਅੰਦਰੋਂ ਬਾਹਰੋਂ ਇੱਕ ਹੋ, ਔਰ ਅੰਦਰੋਂ ਬਾਹਰੋਂ ਤਨੋਂ ਮਨੋਂ ਐਸੇ ਪੁਰਸ਼ਾਂ ਦੀ ਸੰਗਤ ਕਰ। ਫਿਰ ਕੀ ਹੋਏਗਾ? ਆਵਨ ਜਾਨ ਨਾ ਹੋਵੀ ਤੇਰਾ। ਆਵਨ ਜਾਨ ਦਾ ਮਤਲਬ ਆਉਣਾ ਜਾਣਾ, ਭਟਕਣਾ। ਤੇਰੀ ਜ਼ਿੰਦਗੀ ਵਿੱਚ ਭਟਕਣਾ ਨਹੀਂ ਹੋਏਗੀ, ਤੇਰੇ ਜੀਵਨ ਦੇ ਫੇਰੇ ਮੁੱਕ ਜਾਣਗੇ, ਤੈਨੂੰ ਕੋਈ ਗੋਲ ਮਿਲ ਜਾਏਗਾ। ਹੁਣ ਅਸੀਂ ਆਉਂਦੇ ਜਾਂਦੇ ਨੇ, ਕਦੀ ਆ ਗਏ ਕਦੇ ਚਲੇ ਗਏ, ਮਨ ਸਾਡਾ ਕਦੇ ਆ ਗਿਆ ਕਦੇ ਚਲਾ ਗਿਆ, ਮਨ ਭਟਕ ਰਿਹਾ ਨਾ। ਮਨ ਦੀ ਗੱਲ ਕਰ ਰਹੇ ਨੇ, ਮਨ ਮੇਰੇ ਤਿਨ ਕੀ ਓਟ ਲਹੇ। ਹੁਣ ਇੱਥੇ ਮਨ ਦੀ ਗੱਲ ਹੈ, ਆਵਨ ਜਾਣ ਨਾ ਹੋਵੇ। ਤੇਰਾ ਮਨ ਕਦੇ ਆ ਰਿਹਾ ਹੈ ਕਦੇ ਜਾ ਰਿਹਾ ਹੈ, ਭਟਕ ਰਿਹਾ ਨਾ ਮਨ, ਤਾਂ ਤੇਰਾ ਇਹ ਜਿਹੜਾ ਆਉਣ ਜਾਣ ਹੈ, ਭੱਜ ਨੱਸ ਹੈ ਵਿਅਰਥ ਦੀ, ਇਹ ਮੁੱਕ ਜਾਏਗੀ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਐਸੇ ਪੁਰਸ਼ਾਂ ਦੇ ਪੈਰ ਪੂਜਣ ਦਾ ਮਤਲਬ ਕਿ ਐਸੇ ਪੁਰਸ਼ਾਂ ਦੀ ਨਿਮਰਤਾ ਦੇ ਨਾਲ ਸੰਗਤ ਕਰ, ਸਾਥ ਕਰ, ਉਹਨਾਂ ਰਾਹਾਂ ਤੇ ਤੁਰ ਜਿਨ੍ਹਾਂ ਰਾਹਾਂ ਤੇ ਰੱਬ ਦੇ ਪਿਆਰੇ ਤੁਰ ਰਹੇ ਨੇ। ਫਿਰ ਮੇਰੇ ਮਨਾ ਤੈਨੂੰ ਵੀ ਟਿਕਾ ਮਿਲ ਜਾਏਗਾ, ਤੈਨੂੰ ਵੀ ਸ਼ਾਂਤੀ ਮਿਲ ਜਾਏਗੀ। ਤੂੰ ਵੀ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੋ ਜਾਏਗਾ ਜੇ ਤੂੰ ਐਸੀ ਜ਼ਿੰਦਗੀ ਜੀਵੇਂ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਸਮਝੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡਾ ਜੀਵਨ ਮਹਾਨ ਹੋ ਸਕਦਾ ਹੈ, ਅਸੀਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ।
ਸਾਡਾ ਜੀਵਨ, ਸਾਡਾ ਪਰਿਵਾਰ, ਸਾਡਾ ਸਮਾਜ ਸਵਰਗ ਹੋ ਸਕਦਾ ਹੈ, ਪਰ ਹੋਏਗਾ ਉਹਦਾ ਭਾਈ ਜੋ ਅਮਲ ਕਰੇਗਾ।